ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਆਨੰਦ ਸਾਂਝੀ ਆਵਾਜ਼ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋ ਚੁੱਕਾ ਹਾਂ। ਤੇ ਅੱਜ ਸੰਗਤਾਂ ਨੂੰ ਜਾਣ ਕੇ ਬੜੀ ਹੀ ਖੁਸ਼ੀ ਹੋਏਗੀ ਕਿਉਂਕਿ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ ਇਹ 29 ਸਤੰਬਰ ਨੂੰ ਦਿਨ ਸ਼ਨੀਵਾਰ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ ਆਸਾ ਜੀ ਦੀ ਵਾਰ ਦਾ ਕੀਰਤਨ ਹੋਏਗਾ। ਤੇ ਉਸ ਤੋਂ ਉਪਰੰਤ ਜਿਵੇਂ ਕਿ ਸਿੱਖ ਚੈਨਲ ਦੇ ਉੱਤੇ ਕਾਫੀ ਪ੍ਰੋਗਰਾਮ ਚੱਲਦੇ ਨੇ ਤੇ ਆਪ ਜੀ ਨੂੰ ਪਤਾ ਹੀ ਹੈ ਕਿ ਸਹਿਜ ਪਾਠ ਜਿਹੜਾ ਹੈਗਾ ਏਕਤਾ ਸਹਿਜ ਪਾਠ ਉਹ ਵੀ ਇੱਥੋਂ ਆਰੰਭ ਹੋਣਾ ਹੈ ਤੇ ਉਹਦੇ ਵਿੱਚ ਜ਼ਰੂਰ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ ਕਿਉਂਕਿ ਇਹ ਜੋ ਸਹਿਜ ਪਾਠ ਕਰਾਉਣ ਦਾ ਮਕਸਦ ਇੱਕ ਸਿੱਖ ਚੈਨਲ ਵੱਲੋਂ ਉਪਰਾਲਾ ਜਿਹੜਾ ਕੀਤਾ ਗਿਆ ਹੈ ਕਿ ਇੱਥੇ ਦੇ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਪਾਠ ਦੇ ਨਾਲ ਬਾਣੀ ਦੇ ਨਾਲ ਜੋੜਿਆ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਹਿਜ ਪਾਠ ਕੀ ਹੁੰਦਾ ਹੈ। ਬਾਣੀ ਨੂੰ ਨਾਲ ਨਾਲ ਜਿਹੜਾ ਹੈਗਾ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਬਾਣੀ ਸਾਨੂੰ ਕੀ ਸਿਖਾਉਂਦੀ ਹੈ ਤੇ ਬਾਣੀ ਦਾ ਭਾਵ ਕੀ ਹੈ। ਤੇ ਨਾਲ ਹੀ ਜਿਹੜੇ ਆਪਣੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਵੀ ਜਨਮ ਦਿਹਾੜਾ ਜਿਹੜਾ 550ਵਾਂ ਜਿਹੜਾ ਆ ਰਿਹਾ ਇਸ ਸਬੰਧ ਵਿੱਚ ਵੀ ਹੈ ਤੇ ਸਾਰੀਆਂ ਸੰਗਤਾਂ ਨੇ ਇਸ ਸਹਿਜ ਪਾਠ ਵਿੱਚ ਜੁੜਨਾ ਹੈ ਕਿ ਐਵਰੀ ਡੇ ਮੰਡੇ ਟੂ ਫਰਾਈਡੇ 25 ਮਿੰਟ ਐਵਰੀ ਡੇ ਲਾਈਵ ਜਿਹੜਾ ਹੈ ਉਹ ਤੁਹਾਡੇ ਸੰਗਤਾਂ ਦੇ ਰੂਬਰੂ ਕੀਤਾ ਜਾਇਆ ਕਰੇਗਾ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਆਏ ਹੋਏ ਹਨ ਇਹ ਰਾਗੀ ਸੁਰਿੰਦਰ ਸਿੰਘ ਜੀ ਆਨੰਦ ਤੇ ਉਹਨਾਂ ਦੇ ਨਾਲ ਇਹ ਜਗੀਰ ਸਿੰਘ ਜੀ ਹਮਦਰਦ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਆਏ ਨੇ। ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਮੇਰੇ ਇਹ ਬੈਠੇ ਹੋਏ ਨੇ ਖੁਸ਼ਵਿੰਦਰ ਕੌਰ ਜੀ ਜੋ ਕਿ ਹਰੇਕ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਨੇ, ਉਹਨਾਂ ਨੂੰ ਵੀ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਗਿਆਨੀ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਇਸ ਸਹਿਜ ਪਾਠ ਬਾਰੇ ਕਿਉਂਕਿ ਕਈ ਵਾਰੀ ਕਈ ਕਨਫਿਊਜ਼ਨ ਹੁੰਦੀ ਹੈ ਕਿ ਇੱਕ ਸਹਿਜ ਪਾਠ ਹੈ ਇੱਕ ਅਖੰਡ ਪਾਠ ਸਾਹਿਬ ਹੈ, ਇਹਨਾਂ ਵਿੱਚ ਕੀ ਫਰਕ ਕੀ ਹੈਗਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜਿਤਨੇ ਵੀ ਜੋ ਇਸ ਟੀਵੀ ਮਾਧਿਅਮ ਰਾਹੀਂ ਜੋ ਸੰਗਤਾਂ ਜਿਹੜੀਆਂ ਦੇਖ ਰਹੀਆਂ ਹਨ, ਕਿਉਂਕਿ ਇੱਕ ਸਵਾਲ ਜਿਹੜਾ ਹੈ ਬਹੁਤ ਹੀ ਵਧੀਆ ਸਵਾਲ ਜਿਹੜਾ ਹੈ ਸਰਦਾਰ ਰਣਜੀਤ ਸਿੰਘ ਆਨੰਦ ਹੋਰਾਂ ਨੇ ਜੋ ਕੀਤਾ ਹੈ ਕਿ ਸਹਿਜ ਪਾਠ ਦੇ ਵਿੱਚ ਤੇ ਸ੍ਰੀ ਅਖੰਡ ਪਾਠ, ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਜਿਹੜਾ ਹੈ ਇਹ 48 ਘੰਟੇ ਪਾਠ ਜਿਹੜਾ ਹੋਣਾ ਹੈ। ਜਦੋਂ ਇੱਕ ਵਾਰੀ ਆਰੰਭ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਜਿਹੜੀ ਇਹ ਬੋਲ ਚਾਲ ਜਿਹੜੀ ਹੈ ਕੋਈ ਐਸੀ ਕਿਸੇ ਨਾਲ ਅਸੀਂ ਗੱਲ ਨਹੀਂ ਕਰ ਸਕਦੇ। ਸਹਿਜ ਪਾਠ ਜਿਹੜਾ ਹੈ ਉਹ ਇੱਕ ਐਸਾ ਹੈ ਵੀ ਜਦੋਂ ਮਰਜ਼ੀ ਤੁਸੀਂ ਇੱਕ ਸਫਾ 2 ਸਫੇ 3 ਸਫੇ 5 ਸਫੇ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਰੁਮਾਲਾ ਸਾਹਿਬ ਜਿਹੜਾ ਗੁਰੂ ਸਾਹਿਬ ਦੇ ਉੱਤੇ ਦੇ ਕੇ ਫਿਰ ਕਿਸੇ ਨਾਲ ਗੱਲ ਕਰ ਸਕਦੇ ਜੇ। ਇਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠ ਦੇ ਵਿੱਚ ਜਿਹੜਾ ਇਹ ਅੰਤਰ ਜਿਹੜਾ ਹੈਗਾ ਵੀ ਅਖੰਡ ਪਾਠ ਵੇਲੇ ਅਸੀਂ ਵਿੱਚ ਹੋਰ ਕੀ ਅਖੰਡ ਪਾਠ ਬਾਣੀ ਪੜ੍ਹਨ ਤੋਂ ਹੋਰ ਅਸੀਂ ਉਹਦੇ ਵਿੱਚ ਬੋਲ ਨਹੀਂ ਸਕਦੇ, ਪਰ ਜਿਹੜਾ ਸਹਿਜ ਪਾਠ ਹੈ ਉਹਦੇ ਵਿੱਚ ਅਸੀਂ 2 4 5 ਸਫੇ ਕਰਕੇ ਅਸੀਂ ਬੋਲ ਸਕਦੇ ਹਾਂ। ਰੁਮਾਲਾ ਸਾਹਿਬ ਜਿਹੜਾ ਹੈ ਗੁਰੂ ਦੇ ਉੱਤੇ ਦੇ ਕੇ ਫਿਰ ਅਸੀਂ ਗੱਲ ਕਰ ਸਕਦੇ ਹਾਂ। ਤੇ ਆਪਣੇ ਹਮਦਰ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਸਹਿਜ ਪਾਠ ਦੇ ਵਿੱਚ ਵੀ ਉਹੀ ਮਰਿਆਦਾ ਆ ਜਿਹੜੀ ਅਖੰਡ ਪਾਠ ਸਾਹਿਬ ਦੀ ਹੈ ਕਿ ਜਾਂ ਇਹਦੀ ਮਰਿਆਦਾ ਕੁਝ ਹੋਰ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਮਰਿਆਦਾ ਤਾਂ ਸੇਮ ਹੀ ਆ, ਜਿਸ ਨੇ ਅਰਦਾਸ ਕਰਨੀ ਹੈ ਪ੍ਰਸ਼ਾਦ ਬਣਾਉਣਾ ਆ ਉਹ ਸਾਰੀ ਆਰੰਭਤਾ ਦੇ ਵੇਲੇ ਤੇ ਸੇਮ ਹੈ। ਬਾਕੀ ਜਿਸ ਤਰ੍ਹਾਂ ਆਨੰਦ ਸਾਹਿਬ ਨੇ ਦੱਸਿਆ ਵੀ ਜਦੋਂ ਅਸੀਂ ਸਹਿਜ ਪਾਠ ਨੂੰ ਅਸੀਂ ਆਰੰਭ ਕਰ ਦਿੰਦੇ ਹਾਂ ਉਹਦੇ 'ਚ ਇਹ ਹੈ ਵੀ ਸਾਨੂੰ ਅਸੀਂ ਜੇ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਅਸੀਂ ਰੁਮਾਲਾ ਪਾ ਕੇ ਗੱਲ ਕਰ ਸਕਦੇ ਹਾਂ। ਦੂਸਰੀ ਗੱਲ ਇਹ ਹੈ ਵੀ ਸਹਿਜ ਪਾਠ ਦਾ ਸਾਨੂੰ ਮਹੱਤਵ ਇਹ ਮਿਲਦਾ ਵੀ ਅਸੀਂ ਸਮਝ ਕੇ ਕਰਨਾ ਹੈ। ਉਹਦੇ ਨਾਲ ਸਾਨੂੰ ਜੇ ਕਿਸੇ ਜਗ੍ਹਾ ਨਹੀਂ ਸਮਝ ਲੱਗਦੀ ਅਸੀਂ ਟਿਕ ਮਾਰ ਕਰਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਵੀ ਇੱਥੇ ਸਾਨੂੰ ਉਹ ਸਮਝ ਆਉਂਦਾ ਆ। ਅਤੇ ਅਖੰਡ ਪਾਠ ਅਸੀਂ ਲਗਾਤਾਰ ਅਸੀਂ ਕਿਸੇ ਨਾਲ ਗੱਲ ਨਹੀਂ ਬੋਲ ਨਹੀਂ ਸਕਦੇ, ਇਸ ਕਰਕੇ ਉਹਦੀ ਸਮਝ ਘੱਟ ਲੱਗਦੀ ਹੈ। ਜਿਹੜੇ ਸਰੋਤੇ ਨੇ ਉਹ ਆਨੰਦ ਲੈ ਸਕਦੇ ਨੇ ਅਤੇ ਜਿਹੜਾ ਪਾਠੀ ਹੈ ਪਾਠ ਕਰਨ ਵਾਲਾ ਉਹਨੂੰ ਸਮਝਣ ਵਿੱਚ ਦਿੱਕਤ ਆਉਂਦੀ। ਜੇ ਵੈਸੇ ਤਾਂ ਸਮਝਦਾਰ ਪਾਠੀ ਲੱਗਦੇ ਨੇ ਉਹਨੂੰ ਸਾਰੀ ਸਮਝ ਹੈ, ਪਰ ਫਿਰ ਵੀ ਕਿਸੇ ਵੇਲੇ ਕੋਈ ਐਸਾ ਤੁਕ ਆ ਜਾਂਦੀ ਉੱਥੇ ਨਹੀਂ ਸਮਝ ਲੱਗਦੀ ਅਤੇ ਉਹਨੂੰ ਫਿਰ ਸਮਝਣ ਵਾਸਤੇ ਥੋੜ੍ਹਾ ਜਿਹਾ ਪਰੇਸ਼ਾਨੀ ਹੁੰਦੀ ਆ ਅਤੇ ਉਹ ਨਾ ਲਿਖ ਸਕਦਾ ਨਾ ਉਹਨੂੰ ਯਾਦ ਰੱਖਣਾ ਪੈਂਦਾ ਵੀ ਅਸੀਂ ਇੱਥੇ ਤਾਂ ਮੈਂ ਜਾ ਕੇ ਕਰੈਕਸ਼ਨ ਕਰਨਾ ਹੈ, ਇਹਦੀ ਮੈਂ ਸੰਥਿਆ ਲੈਣੀ ਹੈ, ਤਾਂ ਮੈਂ ਸਿੱਖਣਾ ਹੈ, ਇਹ ਕਿਸੇ ਕੋਲ ਪੁੱਛਣਾ।
ਤੇ ਅਖੰਡ ਪਾਠ ਵਿੱਚ ਇਹ ਹੈ ਥੋੜਾ ਜਿਹਾ, ਤੇ ਬਾਕੀ ਸਫੇ ਉਨੇ ਹੀ ਨੇ, ਟਾਈਮ ਉਨਾ ਹੀ ਲੱਗਦਾ ਹੈ। ਹਾਂਜੀ ਤੇ ਤੁਹਾਨੂੰ ਪਤਾ ਹੈ ਕਿ ਸਹਿਜ ਪਾਠ ਦੇ ਵਿੱਚ ਅਸੀਂ ਇਹ ਉਹਦੇ 'ਚ ਟਾਈਮ ਦੀ ਲਿਮਟ ਨਹੀਂ ਹੈ, ਜਦੋਂ ਮਰਜ਼ੀ ਅਸੀਂ ਭੋਗ ਪਾ ਸਕਦੇ ਹਾਂ, ਜਦੋਂ ਹੋ ਜਾਵੇ। ਤੇ ਸਹਿਜ ਦਾ ਮਤਲਬ ਸਹਿਜੇ ਪਾਠ ਕਰਨਾ। ਤੇ ਇਹਦੀ ਕੋਈ ਟਾਈਮ ਲਿਮਿਟ ਵੀ ਹੈ ਕਿ ਜਿੱਦਾਂ ਇਹ ਸਮਾਪਤੀ ਜਿਹੜੀ ਹੈਗੀ ਆ ਇਹ 7 ਦਿਨਾਂ ਦੇ ਵਿੱਚ ਕਰਨੀ ਹੈ ਜਾਂ ਮਹੀਨੇ 'ਚ ਕਰਨੀ ਹੈ, ਜਾਂ ਇਹਨੂੰ ਸਾਲ, 1.5 ਸਾਲ ਵੀ, 2 ਸਾਲ ਵੀ ਚਲਾ ਸਕਦੇ? ਨਹੀਂ, ਇਸ ਦੇ ਵਿੱਚ ਕੋਈ ਟਾਈਮ ਲਿਮਟ ਨਹੀਂ ਹੈ। ਤੇ ਇਹਦੇ ਵਿੱਚ ਟਾਈਮ ਲਿਮਟ ਤਾਂ ਬਿਲਕੁਲ ਨਹੀਂ ਹੈ ਸਹਿਜ ਪਾਠ ਵਿੱਚ। ਅੱਛਾ। ਤੇ ਅਖੰਡ ਪਾਠ ਵਿੱਚ ਵੀ ਲਿਮਟ ਰੱਖੀ ਗਈ ਹੈ, ਲੇਕਿਨ ਜੇ ਘੰਟਾ 2 ਘੰਟੇ ਵੱਧ ਲੱਗ ਜਾਣ ਤਾਂ ਉਹ 'ਚ ਕੋਈ ਫਰਕ ਨਹੀਂ ਹੈ। ਪਰ ਜਿਹੜਾ ਸਹਿਜ ਪਾਠ ਹੈ ਉਹਦੇ 'ਚ ਟਾਈਮ ਦੀ ਲਿਮਟ ਕੋਈ ਨਹੀਂ। ਠੀਕ ਹੈ ਜੀ। ਤੇ ਖੁਸ਼ੀ ਜੀ, ਤੁਹਾਨੂੰ ਵੀ ਕੀ ਕਹਿੰਦੇ ਨੇ ਜਿਹੜਾ ਹੈਗਾ ਸੱਦਾ ਦਿੱਤਾ ਗਿਆ ਚੈਨਲ ਵੱਲੋਂ ਕਿ ਸ਼ਨੀਵਾਰ ਨੂੰ ਸਾਨੂੰ ਸਾਰਿਆਂ ਨੂੰ ਹਾਜ਼ਰ ਹੋਣਾ ਪੈਣਾ ਇੱਥੇ, ਤੇ ਅਸੀਂ ਤਾਂ ਤਕਰੀਬਨ ਜੇ 7-7:30 ਵਜੇ ਵੀ ਆ ਜਾਈਏ ਤਾਂ ਵੀ ਚੱਲ ਜਾਣਾ। ਤੇ ਬਹੁਤ ਖੁਸ਼ੀ ਵਾਲੀ ਗੱਲ ਹੈ। ਤੇ ਤੁਹਾਨੂੰ ਜਦੋਂ ਸੱਦਾ ਦਿੱਤਾ ਗਿਆ ਕਿੱਦਾਂ ਦਾ ਮਹਿਸੂਸ ਹੋਇਆ? ਬਹੁਤ ਵਧੀਆ ਲੱਗਿਆ ਜੀ। ਤੇ ਇਹੀ ਸੱਦਾ ਮੈਂ ਆਪਣੀ ਸਾਰੀ ਸੰਗਤਾਂ ਨੂੰ ਦੇਵਾਂਗੀ ਕਿ ਸਾਰੇ ਵੱਧ ਤੋਂ ਵੱਧ ਆਪਣੇ ਪੂਰੀ ਫੈਮਿਲੀ ਨਾਲ ਪਰਿਵਾਰ ਸਮੇਤ ਆਓ ਤੇ ਇਸ ਸਹਿਜ ਪਾਠ ਦਾ ਹਿੱਸਾ ਬਣੋ, ਤਾਂ ਕਿ ਸਾਡੇ ਸਿੱਖ ਚੈਨਲ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤੇ ਜਿੱਥੇ ਵੀ ਇਸ ਆਵਾਜ਼ ਆ ਰਹੀ ਹੈ, ਸਾਰੇ ਅਸੀਂ ਰਲ ਮਿਲ ਕੇ ਇਸ ਪਾਠ ਦਾ ਹਿੱਸਾ ਬਣੀਏ ਤੇ ਆਨੰਦ ਲਈਏ। ਤੇ ਨਾਲ ਹੀ ਹੁਣੇ ਮੈਨੂੰ ਪਤਾ ਲੱਗਾ ਕਿ ਸਾਨੂੰ ਇੰਡੀਆ ਤੋਂ ਵੀ ਮੈਸੇਜ ਜਿਹੜੇ ਹੈਗੇ ਨੇ ਸਿੰਘ ਸਾਹਿਬ ਦਾ ਆਇਆ, ਤੇ ਚੱਲਦੇ ਆ ਉਹਨਾਂ ਦਾ ਮੈਸੇਜ ਵੀ ਦੇਖਦੇ ਆ। ਤੇ ਇਸ ਤੋਂ ਬਾਅਦ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਸਿੱਖ ਚੈਨਲ ਬਰਮਿੰਘਮ ਐਵਨਿਊ ਰੋਡ ਵੱਲੋਂ ਬਹੁਤ ਹੀ ਵਧਾਈ ਦਿੱਤੀ ਜਾ ਰਹੀ ਹੈ, ਜੋ ਕਿ ਸਿੱਖ ਚੈਨਲ ਦੇ 10 ਸਾਲ ਪੂਰੇ ਹੋਣ ਜਾ ਰਹੇ ਹਨ। ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਜੋ ਸ਼ਤਾਬਦੀ ਅਗਲੇ ਸਾਲ ਨਵੰਬਰ ਦੇ ਵਿੱਚ ਆਲ ਵਰਲਡ ਦੇ ਵਿੱਚ ਦੇਸ਼ ਵਿਦੇਸ਼ ਵਿੱਚ ਮਨਾਈ ਜਾ ਰਹੀ ਹੈ। ਸੰਗਤਾਂ ਨੂੰ ਬਾਣੀ ਦੇ ਨਾਲ ਜੋੜਨ ਦੇ ਵਾਸਤੇ ਸਿੱਖ ਚੈਨਲ ਦੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ 1 ਅਕਤੂਬਰ ਤੋਂ ਲੈ ਕੇ ਹੈੱਡ ਆਫਿਸ ਦੇ ਵਿੱਚ ਸਹਿਜ ਸੰਥਿਆ ਪਾਠ ਪ੍ਰਾਰੰਭ ਕੀਤਾ ਜਾ ਰਿਹਾ ਹੈ, ਜੋ ਦੇਸ਼ ਵਿਦੇਸ਼ ਵਿੱਚ ਬੈਠੀਆਂ ਹਜ਼ਾਰਾਂ ਨਹੀਂ ਲੱਖਾਂ ਸੰਗਤਾਂ ਸਹਿਜ ਸੰਥਿਆ ਪਾਠ ਦੇ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕਦੀਆਂ ਹਨ। ਜਿਸ ਸਮੇਂ ਇਹ ਸਹਿਜ ਪਾਠ ਹੈੱਡ ਆਫਿਸ ਤੋਂ ਆਰੰਭ ਹੋਵੇਗਾ, ਆਪ ਸੰਗਤਾਂ ਨੇ ਨਾਲ ਨਾਲ ਆਪਣੇ ਸੰਥਿਆ ਪਾਠ ਸਹਿਜ ਕਰਕੇ, ਔਰ ਇਸ ਕਰਕੇ ਸਿੱਖ ਸੰਗਤਾਂ ਸਹਿਜ ਸੰਥਿਆ ਪਾਠ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ। ਸਿੱਖ ਚੈਨਲ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ, ਦੇਸ਼ ਵਿਦੇਸ਼ ਦੇ ਵਿੱਚ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਇਹ ਜੋ ਸਹਿਜ ਸੰਥਿਆ ਪਾਠ ਪ੍ਰਾਰੰਭ ਕੀਤਾ ਜਾ ਰਿਹਾ ਹੈ, ਇਹ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ, ਪੰਥ ਵਿੱਚ ਏਕਤਾ ਇਤਫਾਕ ਵਾਸਤੇ, ਔਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਰੰਭ ਕੀਤਾ ਜਾ ਰਿਹਾ ਹੈ। ਇਸ 'ਤੇ ਮੈਂ ਸਿੱਖ ਚੈਨਲ ਨੂੰ, ਸਾਰੇ ਸਟਾਫ ਨੂੰ, ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਸੰਗਤਾਂ ਨੇ ਦੇਖ ਹੀ ਲਿਆ ਹੋਣਾ ਕਿ ਉਸ ਪਵਿੱਤਰ ਧਰਤੀ ਤੋਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਹੈਗੇ ਆ ਕਿ ਮੈਸੇਜ ਆਏ, ਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਕਿ ਇਦਾਂ ਦੇ ਪ੍ਰੋਗਰਾਮ ਦੇ ਵਿੱਚ, ਖਾਸ ਕਰਕੇ ਜਦੋਂ ਵਿਸਾਖੀ ਦਾ ਇੱਕ ਸੀ ਪ੍ਰੋਗਰਾਮ ਕੀਤਾ, ਤੇ ਉਦੋਂ ਵੀ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਈ। ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਨਮ ਦਿਹਾੜਾ ਜਿਹੜਾ 550ਵਾਂ ਜਿਹੜਾ ਆ ਰਿਹਾ ਅਗਲੇ ਸਾਲ, ਤੇ ਉਹਦੇ ਸਬੰਧ ਦੇ ਵਿੱਚ ਹੀ ਜਿਹੜਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਹਾਂ। ਤੇ ਇਹ ਗੱਲਾਂ ਦਾ ਸਿਲਸਿਲਾ ਜਿਹੜਾ ਹੈਗਾ ਥੋੜ੍ਹਾ ਜਿਹਾ ਲੈ ਕੇ ਚੱਲੀਏ ਹੁਣ ਪੰਜਾਬ ਨੂੰ। ਤੇ ਜੋ ਅੱਜ ਕੱਲ੍ਹ ਹਾਲਾਤ ਪੰਜਾਬ ਦੇ ਬਣੇ ਹੋਏ ਹਨ ਕਿ ਹੜ੍ਹਾਂ ਦਾ ਮੀਂਹ ਜਿਹੜਾ ਹੈਗਾ ਲਗਾਤਾਰ ਪੈਂਦਾ ਰਿਹਾ ਪਿਛਲੇ 2-3 ਦਿਨਾਂ ਤੋਂ,
ਤੇ ਕਾਫੀ ਜਗ੍ਹਾ ਤੇ ਪਾਣੀ ਵੀ ਹੋਇਆ, ਫਸਲਾਂ ਵੀ ਖਰਾਬ ਹੋਈਆਂ, ਜਿਹੜੀਆਂ ਕਿ ਪੂਰਾ ਇੱਕ ਕੀ ਕਹਿੰਦੇ ਨੇ ਦਰਿਆ ਬਣ ਚੁੱਕਾ ਸੀ। ਜਿਹੜੇ ਖੇਤ ਜਿਹੜੇ ਹੈਗੇ ਸਨ ਦਰਿਆ ਦੀ ਸ਼ਕਲ ਵਿੱਚ ਬਦਲ ਚੁੱਕੇ ਸਨ। ਤੇ ਭਾਈ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜਾ ਹੈਗਾ ਆ ਕਸੂਰ ਕਿਤੇ ਨਾ ਕਿਤੇ ਸਰਕਾਰਾਂ ਦਾ ਹੈ, ਜਾਂ ਕਿਉਂਕਿ ਕਿਸਾਨ ਦੀ ਜਿਹੜੀ ਫਸਲ ਜਿਹਨੂੰ ਉਸਨੇ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ, ਕਾਫੀ ਮਿਹਨਤ ਕੀਤੀ ਹੁੰਦੀ ਹੈ, ਤੇ ਅੱਜ ਉਹ ਜਿਹੜੀ ਹੈਗੀ ਫਸਲ ਜਿਹੜੀ ਹੈਗੀ ਹੈ ਤਕਰੀਬਨ ਸਾਰੀ ਜਿਹੜੀ ਹੈਗੀ ਆ ਪਾਣੀ ਦੀ ਮਾਰ ਥੱਲੇ ਡੁੱਬ ਚੁੱਕੀ ਹੋਈ ਹੈ। ਤੇ ਇਹਦੇ ਵਿੱਚ ਜਿਹੜਾ ਹੈਗਾ ਜਿਹੜੇ ਸਰਕਾਰਾਂ ਨੇ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਕਿਸਾਨਾਂ ਦੀ ਮਦਦ ਕਰਨੀ, ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਹੈਗਾ ਦੇਣਾ ਚਾਹੀਦਾ। ਇਹ ਬਿਲਕੁਲ ਤੁਹਾਡੀ ਗੱਲ ਜਿਹੜੀ ਤੁਸੀਂ ਟੌਪਿਕ ਛੇੜਿਆ ਬਿਲਕੁਲ ਠੀਕ ਹੈ, ਕਿਉਂਕਿ ਹਰ ਸਾਲ ਦੇ ਵਿੱਚ ਕੋਈ ਨਾ ਕੋਈ ਆਫਤ ਜਿਹੜੀ ਹੈ ਉਹ ਕਿਸਾਨਾਂ ਦੇ ਉੱਤੇ ਜਿਹੜੀ ਆਉਂਦੀ ਰਹਿੰਦੀ ਹੈ। ਜਦੋਂ ਕਣਕ ਪੱਕਣ 'ਤੇ ਹੁੰਦੀ ਹੈ ਉਦੋਂ ਵੀ ਕਈ ਵਾਰੀ ਮੀਂਹ ਜਿਹੜਾ ਪੈ ਜਾਂਦਾ, ਕਣਕਾਂ ਜਿਹੜੀਆਂ ਨੇ ਭਰੀਆਂ ਵੱਜੀਆਂ ਹੁੰਦੀਆਂ ਨੇ, ਮੀਂਹ ਪੈ ਜਾਂਦਾ ਫਿਰ ਉਹ ਗਿੱਲੀਆਂ ਹੋ ਜਾਂਦੀਆਂ, ਉਹਨੂੰ ਫਿਰ ਜਿਹੜੇ ਹਨ ਸਾਡੇ ਲੋਕ ਸਾਡੇ ਵੀਰ ਭਰਾ ਜਿਹੜੇ ਹਨ ਉਹਨੂੰ ਖਿਲਾਰਦੇ ਹਨ, ਫਿਰ ਉਸ ਨੂੰ ਸੁਕਾਉਂਦੇ ਹਨ ਸੁਕਾ ਕੇ, ਕਿਉਂਕਿ ਗਿੱਲੀ ਕਣਕ ਜਿਹੜੀ ਹੈ ਇੱਕ ਤਾਂ ਮਸ਼ੀਨ ਦੇ ਵਿੱਚ ਕੱਢੀ ਨਹੀਂ ਜਾ ਸਕਦੀ, ਕਿਉਂਕਿ ਉਦੋਂ ਵੀ ਆਫਤਾਂ ਜਿਹੜੀਆਂ ਬਹੁਤ ਸਾਰੀਆਂ ਆਉਂਦੀਆਂ ਨੇ। ਇਹਦੇ ਵਿੱਚ ਸਰਕਾਰ ਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਜਿਹੜਾ ਹੈ ਸਰਕਾਰ ਦਾ ਹੁੰਦਾ ਹੈ, ਕਿਉਂਕਿ ਇਹ ਕੁਦਰਤ ਦੀ ਖੇਡ ਹੈ, ਕਿਉਂਕਿ ਜੋ ਕੁਦਰਤ ਦੇ ਰੰਗ ਹਨ, ਕਿਉਂਕਿ ਇਹਦੇ ਵਿੱਚ ਇਨਸਾਨ ਜਿਹੜਾ ਕੁਝ ਨਹੀਂ ਕੁਝ ਕਰ ਸਕਦਾ ਹੈਗਾ। ਤਾਂ ਸੋ ਇਸ ਕਰਕੇ ਜੋ ਸਾਡੀ ਗੌਰਮੈਂਟ ਹੈ, ਜੋ ਸਾਡੀ ਸਰਕਾਰ ਹੈ, ਉਹਨਾਂ ਨੂੰ ਇਸ ਪਾਸੇ ਵੱਲ ਜ਼ਰੂਰ ਜਿਹੜਾ ਧਿਆਨ ਦੇਣਾ ਚਾਹੀਦਾ ਹੈ ਵੀ ਕਿਸਾਨ ਜਿਹੜਾ ਉਹਨੇ ਇਤਨੀ ਮਿਹਨਤ ਕਰਕੇ ਜਿਹੜਾ ਹੈ ਇਸ ਫਸਲ ਨੂੰ ਬੀਜਿਆ, ਫਿਰ ਉਹ 'ਤੇ ਕਿੰਨਾ ਟਾਈਮ ਜਿਹੜਾ ਉਹਨਾਂ ਨੇ ਲਾਇਆ, ਕਿਤਨਾ ਉਹਨਾਂ 'ਤੇ ਪੈਸੇ ਲੱਗੇ, ਕਿੰਨਾ ਕੁਝ ਕਰਕੇ ਬਾਅਦ ਵਿੱਚ ਜਦੋਂ ਪੱਕਣ ਦੇ ਉੱਤੇ ਆਉਂਦੀ ਹੈ ਤੇ ਫਿਰ ਉਹਦੇ ਉੱਤੇ ਮੀਂਹ ਪੈ ਜਾਂਦਾ ਹੈ ਜਾਂ ਹੋਰ ਆਫਤਾਂ ਆ ਜਾਂਦੀਆਂ ਜਾਂ ਹਵਾ ਚੱਲ ਜਾਂਦੀ ਹੈ, ਕਣਕ ਡਿੱਗ ਜਾਂਦੀ ਹੈ। ਜਿਸ ਤਰ੍ਹਾਂ ਹੁਣ ਝੋਨਾ ਜਿਹੜਾ ਹੈ ਦਾਸ ਨੇ ਵੀ ਦੇਖਿਆ ਹੈ, ਕਿਉਂਕਿ ਦਾਸ ਜਿਹੜਾ ਹੈ ਜਲੰਧਰ ਜ਼ਿਲ੍ਹੇ ਤੋਂ ਹੀ, ਜਲੰਧਰ ਦੇ ਵਿੱਚ ਦਾਸ ਰਹਿੰਦਾ, ਅਤੇ ਲਾਗੇ ਜਿਹੜੇ ਕਾਫੀ ਪਿੰਡਾਂ ਦੇ ਵਿੱਚ ਤਰਨ ਸਾਈਡ ਵੱਲ ਦੇਖ ਲਓ ਤੁਸੀਂ, ਅਤੇ ਹੋਰ ਐਸੇ ਜਗ੍ਹਾ 'ਤੇ ਜਿੱਥੇ ਜਿਹੜੇ ਬਹੁਤ ਸਾਰਾ ਮੀਂਹ ਪਿਆ ਅਤੇ ਜਿਹੜਾ ਝੋਨਾ ਹੈ ਉਹ ਬਿਲਕੁਲ ਜਿਹੜਾ ਵਿਛ ਚੁੱਕਾ ਹੈ, ਕਿਉਂਕਿ ਉਸ ਬਹੁਤ ਸਾਰਾ ਨੁਕਸਾਨ ਆ। ਉਹਦੇ ਵਿੱਚੋਂ ਕੋਈ ਜਿਹੜਾ ਵੀ ਜੇ ਦੇਖਿਆ ਜਾਵੇ ਵੀ ਉਹ ਝੋਨਾ ਜਿਹੜਾ ਹੈ ਵੀ ਉਹਨੂੰ ਅਸੀਂ ਖੜਾ ਕਰ ਲਵਾਂਗੇ, ਕਿਉਂਕਿ ਕਣਕ ਦਾ ਤਾਂ ਫਿਰ ਵੀ ਹੈਗਾ ਨਾ ਨਾੜ ਹੁੰਦਾ, ਪੱਕਾ ਥੋੜ੍ਹਾ ਜਿਹਾ ਹੁੰਦਾ, ਉਹ ਨਾੜ ਨੂੰ ਅਸੀਂ ਜਿਹੜਾ ਫਿਰ ਵੀ ਥੋੜ੍ਹਾ ਜਿਹਾ ਇੱਕ ਉੱਚੀ ਜਗ੍ਹਾ 'ਤੇ ਰੱਖ ਕੇ ਸੁਕਾ ਸਕਦੇ ਹਾਂ, ਅਤੇ ਉਸ ਨੂੰ ਸੁਕਾ ਕੇ ਫਿਰ ਦੁਬਾਰਾ ਕਣਕ ਜਿਹੜੀ ਹੈ ਉਹਦੀ ਕੱਢ ਸਕਦੇ ਹਾਂ। ਪਰ ਜਿਹੜੀ ਇਹ ਇੱਕ ਪਰਾਲੀ ਹੈ ਇਹਦੇ ਵਿੱਚ ਇਤਨੀ ਜਾਨ ਨਹੀਂ ਹੁੰਦੀ, ਕਿਉਂਕਿ ਇੱਕਦਮ ਜਿਹੜੀ ਡਿੱਗ ਪੈਂਦੀ ਹੈ। ਇਸ ਕਰਕੇ ਇਹ ਜਿਹੜਾ ਨੁਕਸਾਨ ਹੋਇਆ ਹੈ, ਮੈਂ ਤਾਂ ਇਹ ਕਹਾਂਗਾ ਵੀ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਹੈ ਕਿਸਾਨਾਂ ਵੱਲ ਜਿਹੜਾ ਇਹ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਦਾ ਜੋ ਮੁਆਵਜ਼ਾ ਬਣਦਾ ਹੈਗਾ ਵੱਧ ਤੋਂ ਵੱਧ ਜਿਹੜਾ ਉਹਨਾਂ ਦਾ ਮੁਆਵਜ਼ਾ ਜਿਹੜਾ ਉਹਨਾਂ ਦੇਣਾ ਚਾਹੀਦਾ ਹੈ। ਬਿਲਕੁਲ ਜੀ, ਸਹੀ ਗੱਲ ਹੈ। ਅਤੇ ਹਮਦਰਦ ਸਾਹਿਬ ਤੁਹਾਡੇ ਵੱਲ ਨੂੰ ਆਉਣਾ ਮੈਂ ਕਿ ਮੀਂਹ ਕਾਰਨ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ, ਗਰੀਬ ਪਰਿਵਾਰਾਂ ਦੀਆਂ ਝੁੱਗੀਆਂ ਝੌਂਪੜੀਆਂ ਜਿਹੜੀਆਂ ਸਨ ਉਹ ਵੀ ਪਾਣੀ ਦੇ ਵਿੱਚ ਹੀ ਰਹਿ ਗਈਆਂ। ਅਤੇ ਕਾਫੀ ਤੁਸੀਂ ਵੀ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਹੀ ਹੋਣਾ, ਕਾਫੀ ਪੁਕਾਰ ਉਹਨਾਂ ਨੇ ਸਰਕਾਰ ਨੂੰ ਕੀਤੀ ਹੈ, ਪਰ ਸਰਕਾਰਾਂ ਵੱਲੋਂ ਕਿਉਂ ਨਹੀਂ ਹਜੇ ਤੱਕ ਕੋਈ ਐਸਾ ਸਟੈਪ ਜਿਹੜਾ ਚੱਕਿਆ ਗਿਆ ਕਿ ਕਿਉਂ ਨਹੀਂ ਉਹਨਾਂ ਨੂੰ ਕੋਈ ਐਸਾ ਬਣਦਾ ਮੁਆਵਜ਼ਾ ਜਿਹੜਾ ਹੈਗਾ, ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਭਾਵੇਂ ਕੁਦਰਤ ਦਾ ਹੈ, ਪਰ ਕਿਤੇ ਨਾ ਕਿਤੇ ਤੇ ਸਰਕਾਰਾਂ ਇਸ ਚੀਜ਼ ਦੇ ਨਾਲ ਜੁੜੀਆਂ ਦੇ ਸਕਦੀਆਂ ਨੇ ਮਦਦ ਕਿ ਨਹੀਂ ਦੇ ਸਕਦੀਆਂ? ਦੇਖੋ ਜੀ, ਗੱਲ ਇਸ ਤਰ੍ਹਾਂ ਆ ਭਈ ਜਿਹੜੀਆਂ ਤੇ ਝੁੱਗੀਆਂ ਨੇ ਉਹ ਤਾਂ ਵੈਸੇ ਹੀ ਬਸ ਆਫਤ ਦੀ ਮਾਰ ਥੱਲੇ ਹੈਗੀਆਂ ਨੇ, ਹੈ ਕਿ ਨਹੀਂ? ਬਿਲਕੁਲ, ਆਲਵੇਜ਼ ਰਹਿੰਦੀਆਂ ਨੇ ਉਹ। ਉਹਨਾਂ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਉਹਨਾਂ ਦਾ ਜਿਹੜਾ ਵਸੇਬਾ ਨਾ ਇਹੋ ਜਿਹਾ ਮੁਸ਼ਕਿਲ ਬਣਾਇਆ ਜਾਵੇ ਜਿਹਦੇ ਨਾਲ ਉਹ ਪੱਕੇ ਤੌਰ 'ਤੇ ਆਪਣੇ ਟਿਕਾਣੇ 'ਤੇ ਰਹਿ ਸਕਣ, ਕਿਉਂਕਿ ਝੁੱਗੀਆਂ ਜਿਹੜੀਆਂ ਉਹਨਾਂ ਦੀ ਅੱਜ ਕੱਲ੍ਹ ਕੋਈ ਵੈਲਿਊ ਨਹੀਂ। ਉਹ ਜਦੋਂ ਮਰਜ਼ੀ ਹਵਾ ਉੱਡ ਸਕਦੀਆਂ ਨੇ, ਪਾਣੀ ਆ ਚੋਣ ਲੱਗ ਪੈਂਦੀਆਂ ਨੇ, ਅਤੇ ਇੱਦਾਂ ਦੇ ਹੜ੍ਹ ਆ ਜਾਣ ਉਹ ਜਿਹੜਾ ਰੁੜ ਸਕਦੀਆਂ ਨੇ। ਅਤੇ ਇਸ ਕਰਕੇ ਗਰੀਬ ਵਾਸਤੇ ਤਾਂ ਬਹੁਤ ਮੁਸ਼ਕਿਲ ਹੈ। ਗਰੀਬਾਂ ਵਾਸਤੇ ਜਿਹੜੀ ਸਰਕਾਰ ਜਿਹੜੀ ਹੈ ਨਾ, ਗਰੀਬਾਂ ਵਾਸਤੇ ਧਿਆਨ ਨਹੀਂ ਦੇ ਰਹੀ। ਮੈਂ ਮੁਕਤ ਕੰਠ ਨਾਲ ਕਹਿ ਰਿਹਾ ਹਾਂ ਕਿ ਗਰੀਬਾਂ ਵੱਲ ਬਿਲਕੁਲ ਧਿਆਨ ਨਹੀਂ ਹੈ ਸਰਕਾਰ ਦਾ, ਜਦਕਿ ਉਹਦਾ ਫਰਜ਼ ਬਣਦਾ ਹੈ ਕਿ ਹਰ ਇੱਕ ਬੰਦੇ ਨੂੰ ਵਸੇਬਾ ਦੇਵੇ, ਉਹਨੂੰ ਹਰ ਰੋਟੀ ਕੱਪੜਾ ਅਤੇ ਮਕਾਨ ਦੀ ਜ਼ਿੰਮੇਵਾਰੀ ਜਿਹੜੀ ਗੌਰਮੈਂਟ ਦੀ ਹੈਗੀ ਹੈ। ਬਾਕੀ ਜਿਹੜੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨੌਕਰੀਆਂ ਵੀ ਹੈ ਨਹੀਂ ਕਿਸੇ ਕੋਲ, ਗਰੀਬ ਲੋਕ ਨੇ ਉਹ ਆਪਣੀ ਝੁੱਗੀਆਂ ਨੂੰ ਕਿਸ ਤਰ੍ਹਾਂ ਪੱਕਿਆਂ ਕਰ ਸਕਣਗੇ? ਪਰ ਵੇਖ ਲਓ ਕਿ ਇੱਕ ਝੁੱਗੀ ਹੋਣ ਦੇ ਬਾਵਜੂਦ ਵੀ ਅਗਲਿਆਂ ਦਾ ਰਾਸ਼ਨ ਕਾਰਡ ਵੀ ਸਰਕਾਰ ਬਣਾ ਕੇ ਦਿੰਦੀ ਹੈ, ਉਹਨਾਂ ਦੇ ਆਧਾਰ ਕਾਰਡ, ਉਹਨਾਂ ਦੇ ਪੈਨ ਕਾਰਡ, ਭਾਵੇਂ ਅਕਾਊਂਟ ਹੈ ਨਹੀਂ ਹੈ ਪਰ ਪੈਨ ਕਾਰਡ ਅਤੇ ਆਧਾਰ ਕਾਰਡ ਵੀ ਜ਼ਰੂਰੀ ਉੱਥੇ ਲਾਜ਼ਮੀ ਹੋ ਚੁੱਕੇ ਨੇ ਇੰਡੀਆ ਦੇ ਵਿੱਚ। ਪਰ ਇਹ ਸਾਰਾ ਖੇਲ ਫਿਰ ਵੋਟਾਂ ਦਾ ਹੀ ਹੋ ਗਿਆ। ਦੇਖੋ ਜੀ, ਸਾਰਾ ਸਿਸਟਮ ਜਿਹੜਾ ਨਾ ਉੱਥੋਂ ਦਾ ਨਿਜ਼ਾਮ ਕੋਈ ਨਹੀਂ ਉੱਥੇ ਚੱਲ ਰਿਹਾ, ਉਹ ਤਾਂ ਰੱਬ ਦੇ ਆਸਰੇ ਸਭ ਕੁਝ ਚੱਲ ਰਿਹਾ ਹੈ।
ਲੋਕੀ ਜਿਹੜਾ ਕੋਈ ਆਪਣੇ ਧੱਕੇ ਨਾਲ ਛਾਤੀ ਦੇ ਜ਼ੋਰ ਨਾਲ ਕੁਝ ਕਰ ਗਿਆ, ਵਰਨਾ ਉੱਥੇ ਜ਼ਿੰਦਗੀ ਜਿਹੜੀ ਬੜੀ ਮੁਸ਼ਕਿਲ ਹੈ। ਮੁਸ਼ਕਿਲ ਕਿਸੇ ਦੀ ਜ਼ਿੰਦਗੀ ਨਹੀਂ ਹੈ, ਮੁਸ਼ਕਿਲ ਹੈ। ਇਸ ਕਰਕੇ ਸਰਕਾਰਾਂ ਦਾ ਫਰਜ਼ ਅਵਲੀਨ ਹੈ ਕਿ ਉਸ ਇਹੋ ਜਿਹੇ ਜਿਹੜੇ ਲੋਕ ਹਨ, ਜਿਹੜੇ ਗਰੀਬ ਲੋਕ ਹਨ, ਉਹਨਾਂ ਨੂੰ ਜ਼ਰੂਰ ਉਹਨਾਂ ਦੀ ਦੇਖਭਾਲ ਕਰਨ। ਤੇ ਦੇਖੋ ਜੇ ਵੋਟਾਂ ਜੇ ਲੈਣੀਆਂ ਨੇ ਤੇ ਜੇ ਲੋਕੀ ਬਚਣਗੇ ਤੇ ਵੋਟ ਦੇਣਗੇ ਲੋਕੀ, ਤੇ ਜੇ ਲੋਕੀ ਖੁਸ਼ਹਾਲ ਹੋਣਗੇ ਫਿਰ ਵੋਟ ਦੇਣਗੇ। ਠੀਕ ਹੈ, ਜੇ ਸਰਕਾਰ ਨੂੰ ਦੀ ਮਦਦ ਕਰੇ ਤੇ ਵੋਟ ਮੰਗਣ ਦੇ ਹੱਕਦਾਰ ਨੇ। ਲੇਕਿਨ ਪਤਾ ਨਹੀਂ ਮੌਕੇ ਤੇ ਆ ਕੇ ਅਸੀਂ ਵਿਕ ਜਾਂਦੇ ਆ, ਜਿਹੜੇ ਵੋਟਰ ਜਿਹੜਾ ਵਿਕ ਜਾਂਦਾ। ਇਹ ਬੜੀ ਇੱਕ ਵੱਡੀ ਟ੍ਰੈਜੇਡੀ ਹੈ ਕਿ ਜਿਹੜਾ ਵੋਟਰ ਹੈ ਨਾ ਉਹ ਖਰੀਦਿਆ ਜਾਂਦਾ ਔਰ ਥੋੜ੍ਹੇ ਪੈਸਿਆਂ ਵਾਸਤੇ। ਤਾਂ ਜੇ ਤੇ ਉਹਨਾਂ ਨੂੰ ਜ਼ਿਆਦਾ ਮੁਆਵਜ਼ਾ ਮਿਲੇ ਉਹਨੂੰ, ਫਿਰ ਤਾਂ ਚਲੋ ਆਪਣਾ ਘਰ ਬਣਾ ਸਕਦੇ ਨੇ, ਤੇ ਥੋੜ੍ਹੇ ਪੈਸਿਆਂ ਦੇ ਵਿਕ ਜਾਂਦੇ ਨੇ, ਨਾ ਉਹਨਾਂ ਦੇ ਘਰ ਬਣਦੇ ਨੇ ਤੇ ਨਾ ਉਹਨਾਂ ਦਾ ਫਿਊਚਰ ਬਣਦਾ। ਇਸ ਕਰਕੇ ਸਾਡੇ ਵੋਟਰਾਂ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਅਸੀਂ ਦੇਖ ਚਾਹ ਕੇ ਵੋਟ ਪਾਈਏ, ਜਿਹਨੂੰ ਅਸੀਂ ਵੋਟ ਪਾਉਣਾ। ਖਰੀਦਿਆ ਨਾ, ਵਿਕੋ ਨਾ। ਤੇ ਜੇ ਤੁਸੀਂ ਵਿਕੋਗੇ ਤੁਹਾਡਾ ਇਹ ਅਸਰ ਹੁੰਦਾ ਰਹੇਗਾ। ਇਹ ਝੁੱਗੀਆਂ ਇਸੇ ਤਰ੍ਹਾਂ ਹੀ ਰੁੜਦੀਆਂ ਰਹਿਣਗੀਆਂ, ਕੋਈ ਗੌਰਮੈਂਟ ਨੇ ਤੁਹਾਡੀ ਸਾਰ ਨਹੀਂ ਲੈਣੀ। ਗੌਰਮੈਂਟ ਨੂੰ ਜੇ ਤੁਸੀਂ ਬਣਾਉਣਾ, ਆਪਣੇ ਹੱਥੀਂ ਬਣਾਉਣਾ, ਤਾਂ ਕੋਈ ਇਹੋ ਜਿਹਾ ਬੰਦਾ ਚੁਣ ਕੇ ਲਿਆਓ ਜਿਹੜਾ ਸਾਡੀ ਬਾਂਹ ਫੜ ਸਕੇ, ਜਿਹੜਾ ਸਾਡੀ ਸੁਣ ਸਕੇ ਔਰ ਸਾਡੇ ਜਿਹੜਾ ਮੁਸਤਕਬਲ ਹੈ, ਸਾਡਾ ਫਿਊਚਰ ਹੈ, ਉਹਦੀ ਸੁਣਵਾਈ ਕਰ ਸਕੇ। ਬਿਲਕੁਲ ਜੀ, ਇਸ ਗੱਲ ਨਾਲ ਤੁਹਾਡੇ ਨਾਲ ਬਿਲਕੁਲ ਮੈਂ ਸਹਿਮਤ ਹਾਂ ਕਿ ਇਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ, ਜੋ ਇੱਕ ਗਰੀਬਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਕਿ ਸਪੈਸ਼ਲੀ ਜਿਹੜੇ ਕਿ ਜਿਨ੍ਹਾਂ ਦੀਆਂ ਝੁੱਗੀਆਂ ਇਸ ਵੇਲੇ ਹੜ੍ਹ ਦੀ ਮਾਰ ਥੱਲੇ ਆ ਕੇ ਰੁੜ ਚੁੱਕੀਆਂ ਨੇ ਤੇ ਆਸਰਾ ਲੱਭਦੇ ਫਿਰਦੇ ਨੇ। ਤੇ ਮੈਂ ਇਹ ਭਾਈ ਸਾਹਿਬ ਤੁਹਾਡੇ ਵੱਲੋਂ ਆਉਣਾ, ਤੇ ਸਰਕਾਰਾਂ ਕਿਤੇ ਨਾ ਕਿਤੇ ਲੋਕਾਂ ਦਾ ਵੀ ਕਸੂਰ ਹੈ ਕਿ ਜਿੱਥੇ ਗਟਰ ਜਿਹੜੇ ਹੈਗੇ ਆ, ਮੇਰੇ ਖਿਆਲ ਨਾਲ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਗਟਰ ਸਰਵਿਸ ਜਿਹੜੀ ਹੈਗੀ ਆ, ਪਰ ਅਸੀਂ ਲੋਕੀ ਘਰ ਚੋਂ ਕੂੜਾ ਸੁੰਬਰ ਦਿੱਤਾ, ਲਿਫਾਫੇ ਚੁੱਕ ਕੇ ਜਿੱਥੇ ਕਿਤੇ ਪਲਾਟ ਦੇਖ ਲਿਆ ਜਾਂ ਕਿਤੇ ਖਾਲੀ ਜਗ੍ਹਾ ਦੇਖ ਲਈ ਉੱਥੇ ਸੁੱਟ ਦਿੱਤਾ, ਉਹੀ ਜਾ ਕੇ ਗਟਰਾਂ ਦੇ ਵਿੱਚ ਵੜ ਜਾਂਦੇ ਨੇ, ਗਟਰ ਬਲੋਕ ਹੋ ਜਾਂਦੇ ਨੇ, ਪਾਈਪ ਬਲੋਕ ਹੋ ਜਾਂਦੇ ਨੇ। ਤੇ ਤਾਂ ਵੀ ਜਿਹੜੇ ਲੋਕ ਨੇ ਸਰਕਾਰਾਂ ਦੇ ਦੋਸ਼ ਦਿੰਦੇ ਨੇ ਕਿ ਸਰਕਾਰ ਕੁਝ ਨਹੀਂ ਕਰ ਰਹੀ, ਜਿਹੜੇ ਹੈਗੀ ਕਾਰਪੋਰੇਸ਼ਨ ਕੁਝ ਨਹੀਂ ਕਰ ਰਹੀ। ਇਹ ਕਿੱਥੇ ਕੁ ਤੱਕ ਸਹੀ ਹੈ ਇਹ ਚੀਜ਼? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਜਿੱਥੇ ਸਰਕਾਰ ਨੂੰ ਅਸੀਂ ਦੋਸ਼ ਦਿੰਦੇ ਹਾਂ ਵੀ ਸਰਕਾਰ ਜਿਹੜੀ ਹੈ ਵੀ ਸਾਡੇ ਇਹ ਕੰਮ ਨਗਰਪਾਲਿਕਾ ਕਾਰਪੋਰੇਸ਼ਨਾਂ ਜਿਹੜੀਆਂ ਸਾਡੇ ਕੰਮ ਨਹੀਂ ਕਰਦੀਆਂ, ਉਹਦੇ ਵਿੱਚ ਗੱਲ ਤਾਂ ਸਿਰਫ ਇੰਨੀ ਹੈ। ਵੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਇਸੇ ਕਰਕੇ ਉਹ ਬਾਹਰ ਦੇ ਮੁਲਕ ਜਿਹੜੇ ਤਰੱਕੀ ਕਰਦੇ ਹੈਗੇ ਨੇ, ਹੁਣ ਕੈਰੀ ਬੈਗ ਜਿਹੜੇ ਹੈ ਪਲਾਸਟਿਕ ਦੇ ਲਿਫਾਫੇ ਜਿਹੜੇ ਹੈਗੇ ਨੇ, ਉਹਦੇ ਵਿੱਚ ਜਿਹੜਾ ਸਮਾਨ ਅਸੀਂ ਖਰੀਦਦੇ ਹਾਂ ਜਾਂ ਖਾਣ ਪੀਣ ਵਾਲਾ ਵੀ ਖਰੀਦਦੇ ਹਾਂ, ਰਸਤੇ 'ਚ ਖਾਂਦੇ ਉਹ ਲਿਫਾਫੇ ਜਿਹੜੇ ਅਸੀਂ ਉੱਥੇ ਸੁੱਟ ਦਿੰਦੇ ਹਾਂ। ਉਹ ਕਾਫੀ ਲਿਫਾਫੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ, ਉਹ ਗਟਰਾਂ ਦੇ ਵਿੱਚ, ਉਹ ਸੀਵਰੇਜ ਦੇ ਵਿੱਚ ਜਿਹੜੇ ਪੈ ਜਾਂਦੇ ਨੇ, ਸੀਵਰੇਜ ਜਿਹੜੇ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਵਿੱਚ ਸਾਡਾ ਆਪਣੇ ਲੋਕਾਂ ਦਾ ਵੀ ਬਹੁਤ ਸਾਰਾ ਕਸੂਰ ਹੈਗਾ ਵੀ ਸਾਨੂੰ। ਕਿਉਂਕਿ ਕਈ ਜਗ੍ਹਾ ਤੇ ਗੌਰਮੈਂਟਾਂ ਨੇ ਹੁਣ ਪਿੱਛੇ ਕਰਕੇ ਕਈ ਜਗ੍ਹਾ ਤੇ ਐਸੇ ਬੱਸ ਅੱਡਿਆਂ ਤੇ ਜਾਂ ਹੋਰ ਐਸੀ ਜਗ੍ਹਾ ਤੇ ਜਿਹੜੇ ਡਸਟਬਿਨ ਜਿਹੜੇ ਉਹਨਾਂ ਨੇ ਲਾਏ ਸਨ ਵੀ ਉਹਨਾਂ ਦੇ ਵਿੱਚ ਸੁੱਟੀ ਗਏ। ਪਰ ਅਸੀਂ ਕੀ ਹੈ ਵੀ ਅਸੀਂ ਖਾ ਕੇ ਜਿਹੜੇ ਉਹ ਕੈਰੀ ਬੈਗ ਕੇ ਪਲਾਸਟਿਕ ਦੇ ਲਿਫਾਫੇ ਜਿਹੜੇ ਨੇ ਉਹ ਅਸੀਂ ਉੱਥੇ ਸੁੱਟ ਦਿੰਦੇ ਆ। ਹੋਰ ਜਿਸ ਤਰ੍ਹਾਂ ਕੋਈ ਸਮਾਨ ਖਰੀਦਦਾ ਤਾਂ ਸੁੱਟ ਦਿੰਦੇ ਆ। ਗਟਰ ਸਾਡੇ ਬੰਦ ਹੋ ਜਾਂਦੇ ਨੇ, ਉਹ ਗਟਰ ਬੰਦ ਹੋਣ ਕਰਕੇ ਫਿਰ ਕੀ ਹੈ, ਪਾਣੀ ਜਿਹੜਾ ਓਵਰਫਲੋ ਹੁੰਦਾ, ਓਵਰਫਲੋ ਹੋ ਕੇ ਉਹ ਪਾਣੀ ਜਿਹੜਾ ਗੰਦਾ ਜਿਹੜਾ ਬਾਹਰ ਹੁੰਦਾ, ਫਿਰ ਮੱਛਰ ਜਿਹੜਾ ਫਿਰ ਹੋਰ ਉੱਥੇ 100 ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉੱਥੇ ਜਿਹੜੀਆਂ ਖਿਲਰਦੀਆਂ ਨੇ। ਇਸ ਕਰਕੇ ਅਸੀਂ ਕਾਰਪੋਰੇਸ਼ਨ ਨੂੰ ਜਿੱਥੇ ਨਾਲ ਅਸੀਂ ਗੌਰਮੈਂਟ ਨੂੰ ਇਹੀ ਕਸੂਰਵਾਰ ਅਸੀਂ ਕਹਿੰਦੇ ਹਾਂ ਵੀ ਗੌਰਮੈਂਟ ਕੁਛ ਨਹੀਂ ਕਰਦੀ, ਉਹਦੇ ਵਿੱਚ ਸਾਡਾ ਵੀ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਕਸੂਰ ਹੈ ਵੀ ਜਿਹੜਾ ਅਸੀਂ ਆਪ ਜਿਹੜਾ ਧਿਆਨ ਨਹੀਂ ਕਰਦੇ। ਅਸੀਂ ਆਪਣੇ ਘਰ ਦਾ ਤਾਂ ਸੰਭਰ ਲਿਆ, ਘਰ ਦੀ ਸਫਾਈ ਤੇ ਕਰ ਲਈ, ਬਾਅਦ 'ਚ ਕੀ ਉਹ ਸਾਰਾ ਗੰਦ ਜਿਹੜਾ ਅਸੀਂ ਬਾਹਰ ਗਲੀਆਂ 'ਚ ਸੁੱਟ ਦਾਂਗੇ, ਨਾਲੀਆਂ 'ਚ ਸੁੱਟ ਦੇਵਾਂਗੇ, ਉਹ ਨਾਲੀਆਂ ਨੇ ਆਟੋਮੈਟਿਕ ਜਿਹੜਾ ਉਹਨਾਂ ਨੇ ਬੰਦ ਹੋ ਜਾਣਾ। ਉਹਨਾਂ ਜਦੋਂ ਬੰਦ ਹੋਣਾ ਹੈ ਤੇ ਫਿਰ ਪਾਣੀ ਜਿਹੜਾ ਉੱਥੇ ਖੜਾ ਹੋ ਜਾਣਾ। ਵੇਖੋ ਕਈ ਸੜਕਾਂ ਦੇ ਵਿੱਚ ਦਾਸ ਨੇ ਕਈ ਵਾਰੀ ਉੱਥੇ ਲੰਘਦਿਆਂ ਵੇਖਿਆ ਐਡੇ ਢੇਰ ਜਿਹੜੇ ਨੇ ਉਹ ਜਿਹੜੇ ਨੇ ਇਹ ਗੰਦ ਦੇ ਜਿਹੜੇ ਨੇ ਲੱਗੇ ਹੋਏ ਨੇ, ਪਰ ਕੋਈ ਇਸ ਪਾਸੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ। ਤੇ ਸੋ ਇਸ ਕਰਕੇ ਜਿੱਥੇ ਗੌਰਮੈਂਟ ਦਾ ਉੱਥੇ ਸਾਨੂੰ ਆਪਣੇ ਆਪ ਨੂੰ ਜਿਹੜਾ ਥੋੜ੍ਹਾ ਜਿਹਾ ਨਾ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਵੀ ਸਫਾਈ ਜਿਹੜੀ ਹੈ, ਜੇ ਸਫਾਈ ਅਸੀਂ ਰੱਖਾਂਗੇ ਉਹਦੇ ਵਿੱਚ ਬਿਮਾਰੀ ਫੈਲਣ ਤੋਂ ਵੀ ਅਸੀਂ ਬਚਾਂਗੇ। ਤੇ ਹਮਦਰਦ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸੇ ਗੱਲ ਨੂੰ ਗਾਂਹ ਤੋਰਨ ਵਾਸਤੇ ਕਿ ਕਸੂਰ ਜਿਹੜਾ ਹੈਗਾ ਲੋਕਾਂ ਦਾ ਤਾਂ ਹੈਗਾ ਹੀ ਹੈਗਾ ਕਿ ਆਪਣੇ ਘਰ ਦੀ ਗੰਦਗੀ ਚੁੱਕ ਕੇ ਬਾਹਰ ਸੜਕ ਤੇ ਸੁੱਟ ਦਿੱਤੀ ਤੇ ਉਸ ਤੋਂ ਬਾਅਦ ਨਾਲੀਆਂ ਜਿਹੜੀਆਂ ਰੁਕ ਜਾਂਦੀਆਂ ਨੇ ਤੇ ਸਰਕਾਰਾਂ ਤੇ ਦੋਸ਼ ਲੱਗਦੇ ਨੇ, ਕਾਰਪੋਰੇਸ਼ਨ ਤੇ ਦੋਸ਼ ਲੱਗਦੇ ਆ। ਅਸਲ 'ਚ ਗੱਲ ਇਹ ਹੈ ਭਈ ਅੱਜ ਕੱਲ੍ਹ ਤਰੱਕੀ ਦਾ ਜ਼ਮਾਨਾ, ਮਸ਼ੀਨੀ ਯੁੱਗ ਹੈ ਤੇ ਹਿੰਦੁਸਤਾਨ ਵਿੱਚ ਮੇਰਾ ਖਿਆਲ ਹੈ ਵੀ ਅਜੇ ਤੱਕ ਮਸ਼ੀਨੀ ਯੁੱਗ ਨਹੀਂ ਆਇਆ, ਕਿਉਂਕਿ ਜਿਹੜੇ ਗਟਰ ਨੇ ਜਾਂ ਸੀਵਰੇਜ ਨੇ ਉਹ ਇੰਨੀ ਕੁ ਹਿਸਾਬ ਨਾਲ ਬਣਾਏ ਗਏ ਨੇ। ਉਹ ਜਦੋਂ ਵੀ ਮਾੜਾ ਜਿਹਾ ਜ਼ਿਆਦਾ ਮੀਂਹ ਪੈ ਜਾਂਦਾ
ਤੇ ਉਹਨਾਂ ਦੇ ਜਿਹੜਾ ਭਰ ਜਾਣ ਦਾ ਜਿਹੜਾ ਰੁਕ ਜਾਣ ਦਾ ਖਦਸ਼ਾ ਬਣਿਆ ਰਹਿੰਦਾ, ਕਿਉਂਕਿ ਉਹਨਾਂ ਦੀ ਨਿਕਾਸੀ ਜਿਹੜੀ ਹੈ ਨਾ ਬੜੇ ਸਿਸਟਮੈਟਿਕ ਤਰੀਕੇ ਨਾਲ ਹੋਣੀ ਚਾਹੀਦੀ ਹੈ। ਕਿਉਂ ਜਿਹੜੇ ਨੀਵੇਂ ਥਾਂ ਨੇ ਉੱਥੇ ਤਾਂ ਪਾਣੀ ਇਕੱਠਾ ਹੋਣਾ ਹੀ ਹੈ। ਆਫਟਰ ਆਲ ਉੱਥੇ ਵੀ ਤਾਂ ਜਿਹੜੀ ਵਸੋਂ ਹੈਗੀ ਹੈ ਨਾ, ਤੇ ਉਹ ਵਸੋਂ ਕਿੱਧਰ ਜਾਏਗੀ? ਉਹ ਹਾਲਾਂ ਸੀਵਰ ਬਣੇ ਹੋਏ ਨੇ, ਲੇਕਿਨ ਫਿਰ ਵੀ ਉਹ ਫਲੱਡ ਦੇ ਨਾਲ ਉਹ ਸੀਵਰ ਜਿਹੜੇ ਨੇ ਭਰ ਜਾਂਦੇ ਨੇ, ਔਰ ਫਲੱਡ ਹੋ ਜਾਂਦਾ, ਫਿਰ ਗਲੀਆਂ 'ਚ ਪਾਣੀ, ਘਰਾਂ 'ਚ ਪਾਣੀ ਚਲੇ ਜਾਂਦਾ। ਤੇ ਇਸ ਕਰਕੇ ਜਿਹੜਾ ਉੱਥੇ ਦਾ ਸਿਸਟਮ ਹੈ ਨਾ, ਉਹ ਇੰਨਾ ਵਧੀਆ ਨਹੀਂ ਹੈ ਵੀ ਜਿਹਨੂੰ ਅਸੀਂ ਅੱਜ ਕੱਲ੍ਹ ਦੇ ਮਾਹੌਲ, ਜਿਸ ਤਰ੍ਹਾਂ ਅੱਜ ਕੱਲ੍ਹ ਦਾ ਮਾਡਰਨ ਜਿਹੜਾ ਟਾਈਮ ਹੈ, ਇਸ ਤਰੀਕੇ ਨਾਲ ਬਣਾਇਆ ਜਾਵੇ। ਕਿਉਂਕਿ ਹੁਣ ਤੁਸੀਂ ਦੇਖੋ ਸ਼ਹਿਰਾਂ ਦੇ ਵਿੱਚ ਸੜਕਾਂ ਜਿਹੜੀਆਂ ਨੇ ਉਹ ਥੱਲੇ ਧੱਸ ਗਈਆਂ ਨੇ। ਹਾਂਜੀ, ਅੱਛਾ, ਔਰ ਵਧੀਆ ਇਲਾਕਿਆਂ ਵਿੱਚ ਇਹ ਨਹੀਂ ਪਈ, ਜਿਹੜੇ ਮਾੜੇ ਇਲਾਕੇ ਜਾਂ ਉੱਚੇ ਇਲਾਕੇ ਵੀ ਜਿਹੜੇ ਨਾ ਉੱਥੇ ਬਹਿ ਗਏ ਨੇ। ਉਹ ਪਾਣੀ ਦੀ ਨਿਕਾਸੀ ਨਹੀਂ ਉਹ ਸਹੀ ਤਰੀਕੇ ਨਾਲ, ਉਹ ਤਾਂ ਗਵਰਨਮੈਂਟ ਦਾ, ਮਿਊਨਿਸਪਲ ਕਮੇਟੀ ਦਾ ਕੰਮ ਹੈ ਨਾ। ਤੇ ਉਧਰ ਕਮੇਟੀ ਜਿਹੜੀ ਹੈ ਨਾ ਇਹ ਧਿਆਨ ਨਹੀਂ ਦੇ ਰਹੀ, ਇਸ ਕਰਕੇ ਕਮੇਟੀਆਂ ਦਾ ਜ਼ਿਆਦਾ ਕਸੂਰ ਹੈ। ਕਿਉਂਕਿ ਫੰਡ ਜਿਹੜਾ ਇਹਨਾਂ ਕੋਲ ਬਹੁਤ ਆ, ਫੰਡ ਕਿੱਥੇ ਲੱਗਦਾ ਹੈ ਇਹ ਕੋਈ ਪਤਾ ਨਹੀਂ ਲੱਗਦਾ। ਉੱਥੇ ਕਰਪਸ਼ਨ ਇੰਨੀ ਹੈ ਕਿ ਜਿਹੜੇ ਕਰਮਚਾਰੀ ਨੇ ਉਹ ਹੀ ਖਾ ਪੀ ਜਾਂਦੇ ਨੇ, ਤੇ ਉਹਨਾਂ ਨੇ ਗਲੀਆਂ ਕਿੱਦਾਂ ਪੱਕੀਆਂ ਕਰਨੀਆਂ ਨੇ, ਸੀਵਰੇਜ ਕਿੱਦਾਂ ਬਣਾਉਣੇ ਨੇ, ਉਹਨਾਂ ਦੀ ਸਿਰਦਰਦੀ ਨਹੀਂ। ਉਹ ਸਾਨੂੰ ਸਿਰਦਰਦੀ ਦੇਖ ਕੇ ਬੜੇ ਖੁਸ਼ ਹੁੰਦੇ ਨੇ, ਇਸ ਕਰਕੇ ਉਹਨਾਂ ਦਾ ਜ਼ਿਆਦਾ ਕਸੂਰ ਹੈ। ਤੇ ਬਾਕੀ ਜਿਸ ਤਰ੍ਹਾਂ ਆਨੰਦ ਸਾਹਿਬ ਨੇ ਕਿਹਾ ਵੀ ਜਿਹੜੇ ਕੈਰੀਅਰ ਬੈਗ ਨੇ, ਇਹ ਠੀਕ ਹੈ ਕਿ ਜਿਹੜੇ ਲੋਕੀ ਜਿਹੜੇ ਘਰਾਂ 'ਚ ਵਸਦੇ ਨੇ ਉਹ ਆਪਣੇ ਕੂੜੇ ਨੂੰ ਕੈਰੀਅਰ ਬੈਗ 'ਚ ਪਾ ਕੇ ਸਾਂਭ ਕੇ ਰੱਖਣ। ਜਦੋਂ ਵੀ ਕੋਈ ਕੂੜੇਦਾਨ ਜਿਹੜੀ ਗੱਡੀ ਆਉਂਦੀ ਉਹਦੇ 'ਚ ਸਿੱਟ ਦੇਣ। ਅਸੀਂ ਤਾਂ ਉੱਦਾਂ ਹੀ ਸਿੱਟਦੇ ਨੇ ਵੀ ਘਰੋਂ ਕੂੜਾ ਕੱਢ ਦਿਓ ਤੇ ਬਾਹਰ ਸੜਕ 'ਤੇ ਰੱਖ ਦਿਓ। ਤੇ ਜੇ ਸਾਰੇ ਇਸ ਤਰ੍ਹਾਂ ਕਰਨ ਲੱਗ ਜਾਂਦੇ, ਉਹ ਸਾਰਾ ਜਿਹੜਾ ਗਟਰਾਂ 'ਚ ਫਸ ਜਾਣਾ ਤੇ ਫਲੱਡ ਦੇ ਚਾਂਸ ਬਣ ਜਾਂਦੇ ਨੇ। ਇਸ ਕਰਕੇ ਸਾਡਾ ਕਸੂਰ ਵੀ ਹੈ ਇਹਦੇ ਵਿੱਚ। ਤੇ ਬਾਕੀ ਜ਼ਿਆਦਾ ਕਸੂਰ ਜਿਹੜਾ ਨਿਕਾਸੀ ਦਾ ਸਿਸਟਮ ਹੈ ਉਹ ਬੜਾ ਉੱਥੋਂ ਦਾ ਪੂਅਰ ਹੈ। ਇਸ ਕਰਕੇ ਮੈਂ ਕਹਿੰਦਾ ਵੀ ਇਹਦੇ ਵਿੱਚ ਮਿਊਨਿਸਪਲ ਕਮੇਟੀ ਦਾ ਵੀ ਕਸੂਰ ਹੈ। ਪਰ ਕਾਫੀ ਫੰਡ ਜਿਹੜੇ ਹੈਗੇ ਆ, ਕੀ ਕਹਿੰਦੇ ਨੇ, ਕੇਂਦਰ ਗਵਰਨਮੈਂਟ ਵੱਲੋਂ ਦਿੱਤੇ ਜਾਂਦੇ ਨੇ, ਤੇ ਕਿਉਂ ਨਹੀਂ ਉਹਨਾਂ ਦਾ ਸਹੀ ਇਸਤੇਮਾਲ ਕਿਉਂ ਨਹੀਂ ਹੁੰਦਾ? ਕਿਉਂਕਿ ਆਪਣੇ ਜਿਹੜੇ ਹੈਗੇ ਆ ਘਰ ਭਰੇ ਜਾਂਦੇ, ਜਿਨ੍ਹਾਂ ਨੂੰ ਵੀ ਇਹਨਾਂ ਬਣਾਉਣ ਦਾ, ਪੁਲ ਬਣਾਉਣ ਦਾ ਜਾਂ ਠੇਕਾ ਦਿੱਤਾ ਜਾਂਦਾ, ਸਭ ਤੋਂ ਗੰਦੀ ਇੱਟ ਜਿਹੜੀ ਹੈਗੀ ਆ ਉਹ ਲਾਉਣੀ। ਕਈ ਥਾਵਾਂ ਤੇ ਮੈਂ ਦੇਖਿਆ, ਵੀਡੀਓ ਦੇ ਵਿੱਚ ਵੀ ਵੇਖਿਆ ਕਿ ਪੁਲ ਦੀਆਂ ਜਿਹੜੀਆਂ ਕੰਧਾਂ ਸਨ, ਜਿਹੜੇ ਥੱਲੇ ਕੀਤੀਆਂ ਹੋਈਆਂ ਸਨ, ਉਹ ਵੀ ਰੁੜ ਗਈਆਂ ਨੇ ਪਾਣੀ ਦੇ ਨਾਲ ਹੀ। ਉਹੀ ਮੈਂ ਤੁਹਾਨੂੰ ਪਹਿਲਾਂ ਅਰਜ਼ ਕੀਤੀ ਹੈ ਕਿ ਜਿਹੜੀ ਹੈ ਨਾ ਫੰਡ ਬਹੁਤ ਆਉਂਦਾ, ਕੇਂਦਰ ਸਰਕਾਰ ਵੀ ਦਿੰਦੀ ਹੈ। ਫਿਰ ਜਿਹੜੇ ਹੋਰ ਵੀ ਜਿਹੜੇ ਇੱਥੋਂ ਕਲੈਕਸ਼ਨ ਹੁੰਦੀ ਹੈ ਪਿੰਡਾਂ ਦੇ ਵਿੱਚੋਂ, ਉਹ ਸਾਰੀ ਗਵਰਨਮੈਂਟ ਦੇ ਕੋਲ ਹੀ ਜਾਂਦੀ ਹੈ। ਉਹਦਾ ਕਿੱਥੇ ਯੂਜ਼ ਹੁੰਦਾ ਹੈ ਇਹਦਾ ਕੋਈ ਕਿਸੇ ਨੂੰ ਪਤਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਤੇ ਇਸ ਕਰਕੇ ਜਿਹੜੇ ਕਰਮਚਾਰੀ ਨੇ ਨਾ, ਵੱਡੇ ਕਰਮਚਾਰੀ ਨੇ, ਉਹਨਾਂ ਦਾ ਘਰ ਹੀ ਮਸੀਂ ਪੂਰਾ ਹੁੰਦਾ। ਉਹਨਾਂ ਦੀਆਂ ਕੋਠੀਆਂ ਬਹੁਤ ਸ਼ਾਨਦਾਰ ਨੇ, ਉਹਨਾਂ ਦਾ ਕਦੀ ਕੋਠੀ ਨਹੀਂ ਫਲੱਡ ਦੇ ਅੰਦਰ ਆਈ। ਉਹਨਾਂ ਦੀ ਕੋਈ ਝੌਂਪੜੀ ਹੋਵੇ ਤਾਂ ਫਿਰ ਤਾਂ ਫਲੱਡ ਦੇ ਅੰਦਰ ਆ ਜਾਵੇ। ਉਹਨਾਂ ਕੋਲ ਝੌਂਪੜੀਆਂ ਹੈ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਝੌਂਪੜੀਆਂ ਹੈਗੀਆਂ ਨੇ। ਖੈਰ, ਜੇ ਗਵਰਨਮੈਂਟ ਸੁਹਿਰਦ ਹੋਵੇ ਤੇ ਇਹ ਸਾਰਾ ਮਸਲਾ ਹੱਲ ਹੋ ਸਕਦਾ ਹੈ। ਤੇ ਇਹ ਸਾਡੇ ਹਿੰਦੁਸਤਾਨ ਦੀ ਪਾਲਿਸੀ ਇਹੋ ਹੀ ਹੈ ਵੀ ਜਿਹੜੇ ਗਰੀਬ ਹੋਣਗੇ, ਉਹ ਜੇ ਗਰੀਬ ਨਾ ਹੋਣਗੇ ਤੇ ਸਾਡੀ ਪੁੱਛਗਿੱਛ ਨਹੀਂ ਹੋਣੀ। ਗਰੀਬਾਂ ਕਰਕੇ ਸਾਡੀ ਪੁੱਛਗਿੱਛ ਹੈਗੀ ਹੈ। ਇਸ ਕਰਕੇ ਉਹ ਗਰੀਬੀ ਨਹੀਂ ਹਟਾਉਣਾ ਚਾਹੁੰਦੇ, ਤੇ ਉਹ ਗਰੀਬ ਨੂੰ ਤਾਂ ਹਟਾ ਦੇਣਗੇ, ਚਲੋ ਗਰੀਬ ਖਤਮ ਕਰ ਦਿਓ ਜੀ, ਤੇ ਗਰੀਬੀ ਨਹੀਂ ਹਟਾਉਣਾ ਚਾਹੁੰਦੇ। ਤੇ ਉਹ ਕਹਿੰਦੇ ਵੀ ਗਰੀਬੀ ਬਣੀ ਰਵੇ ਤੇ ਠੀਕ ਹੈ, ਤੇ ਸਾਡੀ ਪੁੱਛ ਕੇ ਚੱਲੀ। ਜਿਹੜੇ ਕਰਪਸ਼ਨ ਜਿਹੜੀ ਹੈ ਨਾ, ਇਹ ਹਟਣੀ ਚਾਹੀਦੀ ਹੈ। ਪਰ ਸਰਕਾਰਾਂ ਫਿਰ ਇਹਦੇ ਵਿੱਚ ਕਿਉਂ ਨਹੀਂ ਐਕਸ਼ਨ ਲੈਂਦੀ ਹੈਗੀ ਕਿ ਜਿਸ ਨੂੰ ਇੱਕ ਠੇਕਾ ਪੁਲ ਦਾ ਦਿੱਤਾ ਜਾਂਦਾ ਕਿ ਤੂੰ ਇੱਥੋਂ ਲੈ ਕੇ ਤੇ ਇੱਥੇ ਤੱਕ ਪੁਲ ਦੀ ਮੁਰੰਮਤ ਤੇਰੀ ਆ, ਉਸ ਤੋਂ ਬਾਅਦ ਉਸ ਠੇਕੇਦਾਰ ਦੀ ਆ, ਉਹਨੂੰ ਦਿੱਤਾ ਜਾਂਦਾ, ਕੰਟਰੈਕਟ ਦਿੱਤਾ ਜਾਂਦਾ। ਪਰ ਸਰਕਾਰਾਂ ਫਿਰ ਇਹਦਾ ਮਤਲਬ ਸਰਕਾਰਾਂ ਵੀ ਨਾਲ ਹੀ ਉਹਨਾਂ ਦੇ ਰਲੀਆਂ। ਰਣਜੀਤ ਸਿੰਘ ਜੀ, ਮੈਂ ਤੁਹਾਨੂੰ ਅਰਜ਼ ਕੀਤੀ ਹੈ, ਇਹਦੇ ਵਿੱਚ ਜਿਹੜਾ ਇਹ ਨਹੀਂ ਹੈ ਵੀ ਜਿਹੜਾ ਕੇਂਦਰ ਸਰਕਾਰ ਜ਼ਿੰਮੇਵਾਰ ਨਹੀਂ, ਉੱਪਰੋਂ ਲੈ ਕੇ ਥੱਲੇ ਤੱਕ, ਤੇ ਥੱਲੇ ਲੈ ਕੇ ਉੱਪਰ ਤੱਕ ਸਾਰੇ ਜਿਹੜੇ ਭ੍ਰਿਸ਼ਟ ਲੋਕ ਨੇ, ਸਾਰੇ ਕਰਪਟ ਨੇ ਲੋਕ, ਉਹ ਕਰਪਸ਼ਨ ਤੋਂ ਬਾਜ ਨਹੀਂ ਆਉਂਦੇ। ਤੁਸੀਂ ਦੇਖੋ ਇੱਥੇ ਇੰਗਲੈਂਡ 'ਚ ਆਪਾਂ ਵਸਦੇ ਹਾਂ, ਇੱਥੇ ਤਾਂ ਕਦੀ ਸੜਕ ਦੇਖੀ ਕਿਦਾਂ ਬੈਠੀ, ਕਦੀ ਸੜਕ ਰੋੜੀ ਦੇਖੀ, ਕਦੀ ਕਿਸੇ ਦਾ ਘਰ ਉੜਿਆ ਦੇਖਿਆ? ਹਾਂ, ਕਿਤੇ ਪਾਣੀ ਆ ਜਾਂਦਾ, ਐਸੀ ਗੱਲ ਨਹੀਂ। ਜਦੋਂ ਅਤੀ ਵ੍ਰਿਸ਼ਟੀ ਹੁੰਦੀ ਹੈ, ਜ਼ਿਆਦਾ ਮੀਂਹ ਪੈਂਦਾ ਹੈ, ਆ ਜਾਂਦੀ ਫਲੱਡ ਆ ਜਾਂਦਾ, ਲੇਕਿਨ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਇਹ ਲੁੱਕ ਆਫਟਰ ਕਰਦੇ ਨੇ। ਉੱਥੇ ਤਾਂ ਕੋਈ ਸੁਣਦਾ ਹੀ ਨਹੀਂ ਕਿਸੇ ਦੀ ਗੱਲ, ਠੀਕ ਹੈ ਨਾ। ਉੱਥੇ ਬਿਜਲੀ ਚਲੇ ਜਾਵੇ ਤੇ 24-30 ਘੰਟੇ ਬਿਜਲੀ ਨਹੀਂ ਆਉਂਦੀ। ਤੇ ਇਸ ਕਰਕੇ ਇਹ ਸਾਰੀ ਜ਼ਿੰਮੇਵਾਰ ਜਿਹੜੀ ਹੈ ਨਾ ਨਿਜ਼ਾਮ ਦੀ ਬਣਦੀ ਹੈ। ਜਿਹੜੀ ਆਪਣੇ ਆਵਾਮ ਦਾ ਕੰਮ ਕੀ ਹੈ, ਉਹਨੇ ਵੋਟਾਂ ਪਾਉਣੀਆਂ ਤੁਹਾਨੂੰ, ਭਾਵੇਂ ਨਾ ਵੀ ਪਾਉਣ, ਲੇਕਿਨ ਇਹ ਨਹੀਂ ਹੈ ਵੀ ਕਿਸੇ ਨੇ ਪਾਈ ਹੈ ਕਿ ਨਹੀਂ ਪਾਈ, ਕਿਸੇ ਨੂੰ ਕੀ ਪਤਾ ਲੱਗਦਾ। ਤਾਂ ਦੇਖੋ ਜੇ ਉਹ ਗਵਰਨਮੈਂਟ ਟੈਕਸ ਲੈਂਦੀ ਹੈ,
ਹਰ ਕੋਲੋਂ ਟੈਕਸ ਲੈਂਦੀ ਗੌਰਮੈਂਟ, ਗਰੀਬ ਕੋਲ ਟੈਕਸ ਲੈਂਦੀ, ਅਮੀਰ ਕੋਲ ਲੈਂਦੀ ਹੈ, ਤੇ ਫਿਰ ਉਹਨਾਂ ਦੀ ਲੁੱਕ ਆਫਟਰ ਕਰਨ ਦਾ ਸਰਕਾਰ ਦਾ ਜ਼ਿੰਮਾ ਹੈ। ਬਿਲਕੁਲ। ਇਸ ਕਰਕੇ ਸਰਕਾਰਾਂ, ਮੈਂ ਨਹੀਂ ਮੰਨਦਾ ਵੀ ਸਾਡਾ ਜ਼ਿਆਦਾ ਕਸੂਰ ਹੈ, ਜ਼ਿਆਦਾ ਕਸੂਰ ਜਿਹੜਾ ਹੈਗਾ ਸਰਕਾਰ ਦਾ। ਨਹੀਂ ਨਾਲੇ ਵੇਖੋ ਨਾਲੇ ਤੁਸੀਂ ਗਊ ਸੱਸ ਉਹਦੇ ਉੱਤੇ ਟੈਕਸ ਜਿਹੜਾ ਹੈ ਕਰੋੜਾਂ ਰੁਪਈਆ ਜਿਹੜਾ ਹੁਣ ਇਸ ਵੇਲੇ ਇਕੱਠਾ ਹੋਣ ਡਿਆ ਹੈ, ਤੇ ਇਸ ਵੇਲੇ ਜਿਹੜੀਆਂ ਗਾਵਾਂ ਮੱਝਾਂ ਜਾਂ ਹੋਰ ਫੰਡਰ ਜਿਹਨੂੰ ਅਸੀਂ ਪੰਜਾਬੀ 'ਚ ਵੀ ਕਹਿ ਦਿੰਦੇ ਆ, ਉਹ ਇਸ ਵੇਲੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਘੁੰਮਦੀਆਂ ਫਿਰਦੀਆਂ, ਗੋਹਾ ਉੱਥੇ ਕਰਦੀਆਂ ਹੈਗੀਆਂ ਨੇ, ਫਿਰ ਸਕੂਟਰ ਉਹਦੇ ਨਾਲ ਵੱਜਦੇ ਨੇ, ਕਾਰਾਂ ਉਹਦੇ ਨਾਲ ਵੱਜਦੇ, ਐਕਸੀਡੈਂਟ ਹੁੰਦੇ ਨੇ, ਛੋਟੇ ਛੋਟੇ ਬੱਚੇ ਜਿਹੜੇ ਨੇ ਜਿਨ੍ਹਾਂ ਦੀ ਲੱਤਾਂ ਬਾਹਾਂ ਵੀ ਉੱਥੇ ਟੁੱਟ ਜਾਂਦੀਆਂ ਨੇ। ਕਰਪਸ਼ਨ, ਕਿਉਂਕਿ ਵੱਡੇ ਵੱਡੇ ਉੱਥੇ ਟੋਏ ਪਏ ਹੁੰਦੇ ਨੇ ਸੜਕਾਂ ਦੇ ਵਿੱਚ, ਕਿਉਂਕਿ ਸਰਦਾਰ ਜਗੀਰ ਸਿੰਘ ਹਮਦਰਦ ਸਾਹਿਬ ਨੇ ਵੀ ਇਹੋ ਬੇਨਤੀ ਕੀਤੀ ਹੈ ਵੀ ਸਾਡੀ ਜਿਹੜੀ ਕਰਪਸ਼ਨ ਜਿਹੜੀ ਹੈ ਉੱਤੋਂ ਲੈ ਕੇ ਥੱਲੇ ਤੱਕ ਹੈ। ਅੱਜ ਤੁਸੀਂ ਸੜਕ ਬਣਾਉਂਦੇ ਜੇ ਚੌਥੇ ਦਿਨ ਮੀਂਹ ਪੈ ਜਾਂਦਾ ਤੇ ਪੰਜਵੇਂ ਦਿਨ ਜਿਹੜੀ ਉਹ ਸੜਕ ਜਿਹੜੀ ਉਹ ਟੁੱਟੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਟੋਏ ਪੈਂਦੇ, ਕਿਉਂਕਿ ਨਾ ਉਹਦੇ 'ਚ ਚੰਗੀ ਤਰ੍ਹਾਂ ਲੁੱਕ ਪਾਈ ਹੁੰਦੀ ਹੈ, ਨਾ ਹੀ ਉਹਦੇ ਵਿੱਚ ਜੇ ਉਹ ਵਿੱਚ ਸਮੱਗਰੀ ਪਾਉਣੀ ਚਾਹੀਦੀ ਸੜਕ ਦੇ ਵਿੱਚ, ਕਿਉਂਕਿ ਇੱਥੇ ਬਾਹਰ ਦੇ ਦੇਸ਼ਾਂ ਦੇ ਵਿੱਚ ਦਾਸ ਨੇ, ਕੈਨੇਡਾ 'ਚ ਵੀ ਵੇਖਿਆ, ਇੱਥੇ ਇੰਗਲੈਂਡ 'ਚ ਵੀ ਦੇਖਿਆ, ਔਰ ਦੇਖੋ ਇੱਥੇ ਆਪਣੇ ਕੁਵੈਤ ਵਿੱਚ ਵੀ ਦੇਖਿਆ, ਬੜੀ ਜਗ੍ਹਾ 'ਤੇ ਦੇਖਿਆ ਵੀ ਉੱਥੇ ਸੜਕਾਂ ਜਿਹੜੀਆਂ ਨੇ ਭਾਵੇਂ 20-20 ਸਾਲ 30-30 ਸਾਲ ਜਿਹੜੀਆਂ ਸੜਕਾਂ ਜਿਹੜੀਆਂ ਬਣੀਆਂ ਉਸ ਤਰ੍ਹਾਂ ਨਹੀਂ ਹੈਗੀਆਂ, ਪਰ ਸਾਡੇ ਜਿਹੜੀ ਅੱਜ ਤੁਸੀਂ ਬਣਾਓ ਤੀਸਰੇ ਦਿਨ ਮੀਂਹ ਪੈ ਗਿਆ ਤੇ ਨਾਲ ਹੀ ਜਿਹੜੀ ਉਹ ਰੋੜੀ ਜਿਹੜੀ ਉਹ ਇਕੱਠੀ ਹੋ ਜਾਂਦੀ ਹੈਗੀ, ਬਜਰੀ ਸਾਰੀ ਇਕੱਠੀ ਹੋ ਜਾਂਦੀ ਹੈਗੀ। ਇਸ ਕਰਕੇ ਕਰਪਸ਼ਨ ਜਿਹੜੀ ਹੈ ਉੱਤੋਂ ਲੈ ਕੇ ਥੱਲੇ ਤੱਕ ਹੈਗੇ, ਉਹ ਸਾਰੀ ਜਗ੍ਹਾ ਤੇ ਜਿਹੜੇ ਉਹ ਪੈਸੇ ਜਿਹੜੇ ਸਾਰੀ ਜਗ੍ਹਾ ਤੇ ਵੰਡੇ ਜਾਂਦੇ ਆ, ਉਹ ਇਸ ਕਰਕੇ ਠੇਕੇਦਾਰਾਂ ਨੇ ਅੱਗੋਂ ਠੇਕੇਦਾਰੀ ਦਿੱਤੀ ਹੁੰਦੀ ਹੈ, ਉਹ ਫਿਰ ਉਹਨਾਂ ਕੋਲ ਵੀ ਜਿਹੜਾ ਮਾਲ ਵਿੱਚ ਪਾਉਂਦੇ ਨੇ, ਉਹ ਸੜਕ ਜਿੰਨੇ ਕੋ ਬਣਦੀ ਹੈ ਮਹੀਨਾ 2 ਮਹੀਨੇ ਬਾਅਦ ਚੱਲਦੀ, ਉਸ ਤੋਂ ਬਾਅਦ ਜਿਹੜੀ ਉਹ ਖਤਮ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਡੇ ਇਸ ਗੱਲ ਦੇ ਨਾਲ ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ ਕਿ ਜਦੋਂ ਸੜਕ ਬਣ ਜਾਂਦੀ ਨਾ ਨਵੀਂ, ਪਤਾ ਨਹੀਂ ਸ਼ਾਇਦ ਇਹ ਇੱਕ ਦੂਜੇ ਦੇ ਨਾਲ ਰਾਬਤਾ ਨਹੀਂ ਕਰਦੇ ਹੈਗੇ, ਜਦੋਂ ਸੜਕ ਬਣਾ ਕੇ ਕੰਟਰੈਕਟਰ ਚਲਾ ਜਾਂਦਾ ਉਸ ਤੋਂ ਬਾਅਦ ਫੋਨ ਲਾਈਨ ਵਾਲੇ ਤੁਰ ਪੈਂਦੇ ਆ ਉਹਨੂੰ ਪੱਟਣ ਵਾਸਤੇ, ਉਹ ਆਪਣੀਆਂ ਲਾਈਨਾਂ ਆਪਣੀਆਂ ਤਾਰਾਂ ਪਾਉਣ ਵਾਸਤੇ ਤੁਰ ਪੈਂਦੇ, ਜੇ ਉਧਰੋਂ ਉਹਨਾਂ ਨੇ ਆ ਕੇ ਕੇਬਲ ਪਾਉਣ ਵਾਲੇ ਉਹ ਆ ਗਏ, ਉਹਨਾਂ ਨੇ ਬੰਦ ਕਰ ਦਿੱਤਾ, ਮਿੱਟੀ ਪਾਤੀ, ਉਹਨਾਂ ਨੇ ਲੋਕ ਨਹੀਂ ਪਾਉਣੀ ਉਹਦੇ ਉੱਤੇ, ਉਹਨਾਂ ਨੇ ਉਹੀ ਮਿੱਟੀ ਜਿਹੜੀ ਥੱਲੇ ਨਿਕਲੀ ਉਹੀ ਪਾ ਕੇ ਉਹਨਾਂ ਨੇ ਚੱਲ ਜਾਣਾ। ਉਸ ਤੋਂ ਬਾਅਦ ਉੱਥੇ ਕੁਝ ਨਹੀਂ ਪਾਉਣਾ, ਨਾਲ ਹੀ ਥੋੜੀ ਜਿਹੀ ਹੋਰ ਪਰੇ ਜਾ ਕੇ ਸੜਕ ਫੇਰ ਪੱਟ ਲੈਣੀ ਆ, ਇਹ ਜੀ ਕੇਬਲ ਪੈਣ ਲੱਗੀ ਆ ਜੀ, ਇਹ ਟੈਲੀਫੋਨ ਦੀਆਂ ਤਾਰਾਂ ਪੈਣ ਲੱਗੇ, ਗੈਸ ਦੇ ਪਾਈਪ ਪੈਣ ਲੱਗੇ ਆ, ਕਿ ਇਹ ਸੜਕ ਬਣਨ ਤੋਂ ਪਹਿਲਾਂ ਕਿਉਂ ਨਹੀਂ ਇਹ ਇੱਕ ਦੂਜੇ ਦੇ ਨਾਲ ਰਾਬਤਾ ਕਰਕੇ ਕਿ ਇਹ ਕੰਮ ਤੂੰ ਕਰਨਾ ਤਾਂ ਨਹੀਂ ਹੈਗਾ, ਕੋਈ ਉਸ ਏਰੀਏ ਦੇ ਵਿੱਚ ਸੜਕ ਬਣ ਲੱਗੀ ਆ, ਪਾਈਪ ਕੋਈ ਪਾਉਣੇ ਤਾਂ ਨਹੀਂ ਹੈਗੇ, ਕੋਈ ਗਟਰ ਦਾ ਪਾਈਪ ਜਿਹੜਾ ਹੈਗਾ ਚੇਂਜ ਤਾਂ ਨਹੀਂ ਕਰਨਾ ਹੈਗਾ ਕਿ ਸੜਕ ਜਿਹੜੀ ਹੈਗੀ ਟੁੱਟੇ ਨਾ, ਇਸ ਤਰ੍ਹਾਂ ਦਾ ਕਿਉਂ ਨਹੀਂ ਕੋਈ ਉੱਥੇ ਕੋਈ ਹੱਲ ਇਸ ਚੀਜ਼ ਦਾ ਨਿਕਲਦਾ ਹੈਗਾ। ਇਹ ਆਮ ਜਿਹੜਾ ਦੇਖਿਆ, ਦੇਖੋ ਮੈਂ ਪਹਿਲਾਂ ਅਰਜ਼ ਕੀਤੀ ਹੈ, ਉੱਥੇ ਸਿਸਟਮ ਨਹੀਂ ਹੈ, ਕੋਈ ਵੀ ਸਿਸਟਮ ਨਹੀਂ ਚੱਲ ਜਿਹੜਾ ਉਹ ਕੰਮ ਕਰਦੇ ਨੇ ਉਹਨਾਂ ਦੀ ਕੋਈ ਸਟ੍ਰੈਟਜੀ ਨਹੀਂ ਹੈਗੀ। ਪਰ ਸਰਕਾਰਾਂ ਫਿਰ ਇਹ ਸਿਸਟਮ ਬਣਾਉਂਦੀਆਂ ਕਿਉਂ ਨਹੀਂ? ਹੁਣ ਇੰਗਲੈਂਡ ਦੇ ਵਿੱਚ ਬੈਠੇ ਆ, ਬਾਹਰ ਦੀਆਂ ਕੰਟਰੀਆਂ 'ਚ ਬੈਠੇ ਆ, ਇੱਕ ਸਿਸਟਮ ਦੇ ਨਾਲ ਕੰਮ ਚੱਲਦਾ, ਇੱਕ ਨਕਸ਼ਾ ਬਣਦਾ ਜਿਹਨੂੰ ਅਸੀਂ ਬਲੂ ਪ੍ਰਿੰਟ ਕਹਿੰਦੇ ਆ, ਕਿਉਂਕਿ ਜਦੋਂ ਵੀ ਇੱਥੇ ਕੋਈ ਵੀ ਚੀਜ਼ ਸੜਕ ਦੇ ਉੱਤੋਂ ਹੁੰਦੀ ਹੈ, ਕੁਛ ਉਹਨਾਂ ਨੇ ਪੱਟਣਾ ਹੁੰਦਾ, ਪਹਿਲਾਂ ਉਹ ਜਾ ਕੇ ਉਹ ਬਲੂ ਪ੍ਰਿੰਟ ਲੈਂਦੇ ਆ ਕਿ ਕਿੱਥੇ ਪਾਈਪ ਕਿਹੜਾ ਪਿਆ ਹੋਇਆ, ਕਿੰਨੇ ਫੁੱਟ ਡੂੰਘਾ ਪਿਆ ਹੋਇਆ, ਕਿੰਨੇ ਫੁੱਟ ਉੱਚਾ ਆ, ਕਿੱਥੇ ਅਸੀਂ ਪਾਉਣਾ ਆ, ਇਹ ਸਾਰਾ ਕੁਝ ਲੈਂਦੇ ਆ। ਪਰ ਇੰਡੀਆ ਦੇ ਵਿੱਚ ਕਿਉਂ ਨਹੀਂ ਹੈ? ਕਿਉਂਕਿ ਹੁਣ ਇੱਥੋਂ ਜਦੋਂ ਅਸੀਂ ਜਦੋਂ ਭਾਵੇਂ ਪੰਜਾਬ ਤੋਂ ਅਸੀਂ ਆਏ ਹੋਏ ਆ, ਮਾੜਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਜੰਮੇ ਪਲੇ ਅਸੀਂ ਉੱਥੇ ਆ, ਜਦੋਂ ਅਸੀਂ ਇੱਥੋਂ ਆਪਣੇ ਬੱਚੇ ਵੀ ਲੈ ਕੇ ਜਾਂਦੇ ਆ, ਦੇਖਦੇ ਆ ਕਿ ਥਾਂ ਥਾਂ ਤੇ ਟੋਏ ਪਏ ਹੋਏ ਆ, ਗੱਡੀ ਦੇ ਵਿੱਚ ਤੁਸੀਂ ਬਹਿ ਜਾਓ ਰੋਟੀ ਖਾ ਕੇ ਤੁਰੋ ਤੇ ਤੁਹਾਨੂੰ ਅੱਧੇ ਘੰਟੇ ਬਾਅਦ ਫੇਰ ਭੁੱਖ ਲੱਗ ਪੈਂਦੀ ਕਿਉਂਕਿ ਪਚ ਜਾਂਦੀ ਹੈ। ਕੋਈ ਸਿਸਟਮ ਜਿਹੜਾ ਹੈਗਾ ਹੈ ਨਹੀਂ। ਪਰ ਸਰਕਾਰਾਂ ਜਿਹੜੀਆਂ ਇਸ ਚੀਜ਼ ਨੂੰ ਕਿਉਂ ਨਹੀਂ ਲੈਂਦੀਆਂ ਕਿ ਇਹਦੇ ਉੱਤੇ ਕੋਈ ਨਾ ਕੋਈ ਕੰਮ ਜਾਂ ਕੋਈ ਨਾ ਕੋਈ ਐਸਾ ਕੋਈ ਬਣਾਵੇ, ਬੰਦੇ 2-4 ਜਿਹੜੇ ਹੈਗੇ ਜਿਹੜੇ ਇਸ ਕੰਮ ਨੂੰ ਜਾਂ ਇਸ ਕੰਮ ਦੇ ਉੱਤੇ ਧਿਆਨ ਰੱਖਣ ਕਿ ਇਹ ਚੀਜ਼ ਜਦੋਂ ਵੀ ਕੋਈ ਸੜਕ ਬੰਨੀ ਹੈ, ਕਿਸੇ ਵੀ ਮਹੱਲੇ ਦੇ ਵਿੱਚ ਬੰਨੀ ਹੈ, ਕਿਸੇ ਟਾਊਨ ਦੇ ਵਿੱਚ ਬੰਨੀ ਹੈ ਜਾਂ ਹਾਈਵੇ ਬੰਨਾ, ਉਹਦੀ ਰਿਪੇਅਰ ਹੋਣੀ ਆ, ਉਹਨਾਂ ਦੀ ਨਿਗਰਾਨੀ ਦੇ ਵਿੱਚ ਕਿਉਂ ਨਾ ਹੋਵੇ? ਮੈਂ ਤੁਹਾਨੂੰ ਇਹੀ ਅਰਜ਼ ਕੀਤੀ ਹੈ, ਉੱਥੇ ਕੋਈ ਸਟ੍ਰੈਟਜੀ ਨਹੀਂ ਬਣਾਉਂਦੇ। ਚਲੋ ਬਣਾਉਂਦੇ ਤੁਸੀਂ ਕਹਿ ਰਹੇ ਹੋ ਬਲੂ ਪ੍ਰਿੰਟ ਜਿਹੜਾ ਹੋਣਾ ਚਾਹੀਦਾ, ਤੇ ਉੱਥੇ ਕਿਹਨੇ ਬਣਾਉਣਾ, ਕਿਹਨੇ? ਤੁਸੀਂ ਤੇ ਬਣਾਉਣਾ ਨਹੀਂ, ਇਹ ਬਣਾਉਣਾ ਗਵਰਨਮੈਂਟ ਨੇ, ਤੇ ਗਵਰਨਮੈਂਟ ਜੇ ਨਹੀਂ ਬਣਾਉਂਦੀ ਤੇ ਇੱਥੇ ਮਤਲਬ ਗਵਰਨਮੈਂਟ ਕਮਜ਼ੋਰ ਹੈ ਨਾ। ਹੁਣ ਸਾਡੀਆਂ ਕੋਠੀਆਂ ਦੇਖੋ, ਜੇ ਗਵਰਨਮੈਂਟ ਦੀਆਂ ਦੇਖੋ, ਹੋਰ ਸਰਕਾਰਾਂ ਦੀਆਂ ਦੇਖੋ, ਬਿਲਡਿੰਗਾਂ ਬੜੀ ਆਲੀਸ਼ਾਨ ਬਣੀਆਂ, ਲੱਗਦਾ ਵੀ ਹਿੰਦੁਸਤਾਨ ਗਰੀਬ ਮੁਲਕ ਹੈ। ਲੇਕਿਨ ਜਦੋਂ ਇਹੋ ਜਿਹਾ ਦੇਖਦੇ ਹਾਂ ਸਿਸਟਮ, ਤੇ ਉੱਥੋਂ ਦਾ ਜਿਹੜੀ ਸਾਰੀ ਗਰੀਬੀ ਹਿੰਦੁਸਤਾਨ ਦੇ ਵਿੱਚ ਹੈ। ਠੀਕ ਹੈ, ਜਿਹੜਾ ਕੋਈ ਵੀ ਕੋਈ ਚੀਜ਼ ਆਪਾਂ ਜੇ ਘਰ ਬਣਾਉਣਾ, ਅਸੀਂ ਘਰ ਬਣਾਉਣਾ ਹੋਵੇ, ਸਾਨੂੰ ਪਤਾ ਲੱਗਦਾ ਵੀ ਗਰਮੀਆਂ ਨੂੰ ਸਾਨੂੰ ਹਵਾ ਦੀ ਜ਼ਰੂਰਤ ਹੈ, ਅਸੀਂ ਰੋਸ਼ਨਦਾਨ ਕਿਹੜੇ ਪਾਸੇ ਰੱਖਣਾ, ਸਰਦੀਆਂ ਨੂੰ ਹੁੰਦਾ ਵੀ ਇਹਨੂੰ ਰੋਸ਼ਨਦਾਨ ਅਸੀਂ ਬੰਦ ਕਰ ਦੇਣਾ,
ਤੇ ਸਾਨੂੰ ਨਿੱਘ ਦੀ ਲੋੜ ਪੈਣੀ ਹੈ। ਉਹ ਨਿੱਘ ਕਿਸ ਤਰ੍ਹਾਂ ਰਹਿ ਸਕਦਾ? ਦਰਵਾਜ਼ੇ ਅਸੀਂ ਸੀਲ ਬੰਦ ਲਾਉਣੇ ਆ ਜਾਂ ਡਬਲ ਗਲੇਜ਼ ਲਾਉਣੇ ਆ। ਹੁਣ ਇਹ ਸਾਰਾ ਇਹ ਥੋੜ੍ਹਾ ਵੀ ਜਦੋਂ ਗਰਮੀ ਆ ਗਈ ਉਦੋਂ ਰੋਸ਼ਨਦਾਨ ਬਣਾ ਲਿਆ, ਤੇ ਜਦੋਂ ਗਰਮੀ ਆ ਗਈ ਰੋਸ਼ਨ ਬਣਾ ਲਿਆ, ਤੇ ਜਦੋਂ ਸਰਦੀ ਆ ਗਈ ਸੀਲਿੰਗ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਨੇ ਇਹ ਸਾਰਾ ਸਿਸਟਮ ਗਰਮੀ ਸਰਦੀ ਹਰ ਮੌਸਮ ਆਉਂਦਾ ਹੈ। ਹਰ ਮੌਸਮ ਦੇ ਲਿਹਾਜ਼ ਨਾਲ ਹਰ ਚੀਜ਼ ਜਿਹੜੀ ਗੌਰਮੈਂਟ ਨੂੰ ਬਣਾਉਣੀ ਚਾਹੀਦੀ। ਇਹ ਸਾਰਾ ਕੁਝ ਗੌਰਮੈਂਟ ਨੇ ਤੈਅ ਕਰਨਾ ਹੈ, ਅਸੀਂ ਤੁਸੀਂ ਨਹੀਂ ਤੈਅ ਕਰਨਾ। ਇਸ ਕਰਕੇ ਇਹ ਸਾਰਾ ਜਿਹੜਾ ਜੇ ਚੰਗੇ ਕੰਮ ਕਰੇਗੀ ਸਾਰਾ ਗੌਰਮੈਂਟ ਦੇ ਸਿਰ ਜਾਣਾ, ਜੇ ਮਾੜਾ ਹੋਏਗਾ ਤੇ ਇਹ ਵੀ ਗੌਰਮੈਂਟ ਦਾ ਕਸੂਰ ਗਿਣਾ। ਪਰ ਕਈ ਇੰਡੀਆ ਦੇ ਪਿੰਡ ਮੈਂ ਦੇਖੇ ਆ, ਉਹਨਾਂ ਨੇ ਸਾਰਾ ਪੈਸਾ ਜਿਹੜਾ ਹੈਗਾ ਇੱਥੋਂ ਇੰਗਲੈਂਡ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ ਪਿੰਡਾਂ ਨੂੰ ਉਹਨਾਂ ਨੇ ਸਪੋਰਟ ਕੀਤਾ ਕਿ ਤੁਸੀਂ ਸਰਕਾਰ ਕੋ ਕੋਈ ਮਦਦ ਨਹੀਂ ਲੈਣੀ। ਉਹਨਾਂ ਨੇ ਬਾਈਕਾਟ ਕੀਤਾ ਹੋਇਆ ਕਿ ਅਸੀਂ ਵੋਟਾਂ ਵੀ ਨਹੀਂ ਪਾਉਣੀਆਂ ਕਿਸੇ ਨੂੰ ਵੀ ਨਹੀਂ, ਕੋਈ MLA ਕੋਈ ਕੌਂਸਲਰ ਕੋਈ ਵੀ ਸਾਡੇ ਪਿੰਡ ਵਿੱਚ ਨਹੀਂ ਆ ਸਕਦਾ। ਅਸੀਂ ਆਪਣੇ ਪਿੰਡ ਨੂੰ ਆਪ ਸਵਾਰਾਂਗੇ। ਗਟਰਿੰਗ ਸੜਕਾਂ ਅਸੀਂ ਆਪ, ਤੁਸੀਂ ਵੀ ਸ਼ਾਇਦ ਦੇਖੀਆਂ ਹੁਣ ਕਈ ਪਿੰਡ ਜਿਹੜੇ ਹੈਗੇ ਨੇ ਪੰਜਾਬ ਦੇ ਵਿੱਚ ਬਹੁਤ ਖੂਬਸੂਰਤ ਅਗਲਿਆਂ ਨੇ ਬਣਾਏ ਨੇ। ਘਰਾਂ ਦੇ ਅੱਗੇ ਉਹਨਾਂ ਨੇ ਜਿਹੜੇ ਹੈਗੇ ਨੇ ਦਰਖਤ ਲਾਏ ਨੇ, ਬੂਟੇ ਲਾਏ ਨੇ, ਫੁੱਲ ਲਾਏ ਨੇ। ਪਾਰਕਾਂ ਜਿਹੜੀਆਂ ਉਜੜੀਆਂ ਹੋਈਆਂ ਸੀ, ਸਰਕਾਰੀ ਪਾਰਕਾਂ ਜਿਹੜੀਆਂ ਸਨ ਉਜੜੀਆਂ ਹੋਈਆਂ ਸਨ, ਉੱਥੇ ਉਹਨਾਂ ਨੇ ਬਾਹਰੋਂ ਪੈਸੇ ਮੰਗਵਾ ਕੇ ਉੱਥੇ ਸਰਪੰਚ ਨੇ ਇਕੱਠੇ ਕਰਕੇ, ਪੰਚਾਇਤ ਨੇ ਇਕੱਠੇ ਕਰਕੇ ਉਹ ਬਣਾਏ ਹੋਏ ਆ। ਕਿੰਨਾ ਖੂਬਸੂਰਤ ਉਹ ਨਜ਼ਾਰਾ ਜਦੋਂ ਅਸੀਂ ਲਾਈਵ ਵੀ ਦੇਖਿਆ ਹੋਇਆ। ਇਸ ਤਰ੍ਹਾਂ ਦਾ ਕਿਉਂ ਨਹੀਂ ਸਾਰਾ ਪੰਜਾਬ ਇਸ ਤਰ੍ਹਾਂ ਦਾ ਕਿਉਂ ਨਹੀਂ ਬਣ ਸਕਦਾ? ਨਹੀਂ ਵਿਕੇ ਤਾਂ ਬੇਸ਼ੱਕ ਸਾਰੇ ਹੀ ਹੈ। ਇੱਕ ਗੱਲ ਦੇਖੋ, ਇਹ ਗੱਲ ਠੀਕ ਹੈ ਵੀ ਹੁਣ ਅਸੀਂ ਰਾਜਸਥਾਨ 'ਚ ਰਹਿੰਦੇ ਆ, ਠੀਕ ਹੈ ਨਾ। ਹੁਣ ਰਾਜਸਥਾਨ 'ਚ ਲੋਕੀ ਬਹੁਤ ਬਾਹਰ ਆਏ ਨੇ ਘੱਟ, ਉੱਥੇ ਜਿਨ੍ਹਾਂ ਨੇ ਲੋਕਾਂ ਨੇ ਬਣਾਏ ਆਪਣੇ ਕਮਾਈ ਨਾਲ ਬਣਾਏ ਨੇ, ਹੈ ਨਾ। ਤੇ ਉੱਥੇ ਹੁਣ ਕਿਹੜਾ ਆਪਾਂ ਸਿਰਫ ਪੰਜਾਬ ਦੀ ਗੱਲ ਨਾ ਕਰੀਏ, ਆਪਾਂ ਸਾਰੇ ਹਿੰਦੁਸਤਾਨ ਦੀ ਗੱਲ ਕਰੀਏ। ਹਿੰਦੁਸਤਾਨ ਦੇ ਵਿੱਚ ਹੋਰ ਵੀ ਸੂਬੇ ਹਨ, ਤੇ ਉੱਥੇ ਜਿਹੜਾ ਇੱਧਰੋਂ ਬਾਹਰੋਂ ਪੈਸਾ ਜਾ ਸਕਦਾ ਪਰ ਘੱਟ ਜਾਂਦਾ, ਠੀਕ ਹੈ। ਤੇ ਇਸ ਕਰਕੇ ਦੇਖੋ ਜੀ, ਇਹ ਜੇ ਆਪਾਂ ਸੋਚਦੇ ਰਹੇ ਵੀ ਇੱਥੋਂ ਦੇ ਪੈਸੇ ਨਾਲ ਅਸੀਂ ਉੱਥੇ ਬਣਾਈਏ, ਤੇ ਫਿਰ ਤਾਂ ਗਰੀਬੀ ਦੇ ਉੱਥੇ ਖੜੀ ਹੈ। ਗਰੀਬੀ ਕਿੱਦਾਂ ਜਾਏਗੀ? ਜਾਂ ਤਾਂ ਸਾਰੇ ਅਸੀਂ ਹਿੰਦੁਸਤਾਨ ਦਾ ਠੇਕਾ ਲਈਏ ਨਾ, ਵੀ ਸਾਰਾ ਪੰਜਾਬ ਠੇਕਾ ਲਵੇ ਸਾਰੇ ਹਿੰਦੁਸਤਾਨ ਦਾ, ਵੀ ਇੱਥੋਂ ਪੈਸਾ ਭੇਜ ਕੇ ਸਾਰੇ ਹਿੰਦੁਸਤਾਨ ਨੂੰ ਵਧੀਆ ਬਣਾਉਣਾ, ਫਿਰ ਤਾਂ ਗੱਲ ਬਣਦੀ ਹੈ। ਤੇ ਜੇ ਹੁਣ ਅਸੀਂ ਆਖੀਏ ਵੀ ਅਸੀਂ ਆਪਣਾ ਪੰਜਾਬ ਬਣਾ ਲਈਏ, ਤੇ ਬਾਕੀਆਂ ਦਾ ਫਿਕਰ ਕੌਣ ਕਰੇਗਾ? ਬਾਕੀਆਂ ਦਾ ਫਿਕਰ ਤਾਂ ਗੌਰਮੈਂਟ ਨੇ ਕਰਨਾ ਹੈ ਕਿ ਨਹੀਂ ਕਰਨਾ? ਪਰ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਵੇਖ ਲਓ ਤੁਸੀਂ, ਚੇਨਈ ਜਾਂ ਮਦਰਾਸ, ਬੰਗਲੌਰ ਜਿਹੜੇ ਹੈਗੇ ਆ, ਉੱਥੇ ਦੀਆਂ ਤੁਸੀਂ ਸੜਕਾਂ ਦਾ ਬੰਦੋਬਸਤ ਦੇਖ ਲਓ ਕਿ ਸੜਕਾਂ ਇੱਦਾਂ ਮਲਾਈ ਵਾਂਗੂ ਨੇ ਕਿ ਮੈਂ ਕਹਿੰਦਾ ਕਿ ਇੰਗਲੈਂਡ ਦੀਆਂ ਸੜਕਾਂ ਨੂੰ ਵੀ ਮਾਤ ਪਾਉਂਦੀਆਂ। ਐਡੇ ਖੂਬਸੂਰਤ ਜਿਹੜੇ ਹਾਈਵੇ ਬਣਾਏ ਹੋਏ ਉਹਨਾਂ ਨੇ। ਪਰ ਉੱਥੇ ਦੀ ਵੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਉਹ ਬਣਾ ਹੀ ਰਹੀ ਹੈ, ਪੈਸਾ ਖਰਚ ਹੀ ਰਹੀ ਹੈ। ਜੋ ਕੇਂਦਰ ਗਵਰਨਮੈਂਟ ਬੰਦਾ ਉਹਨਾਂ ਦਾ ਹੱਕ ਉਹਨਾਂ ਨੂੰ ਦੇ ਕੇ ਤੇ ਉਹ ਸਾਰਾ ਪੈਸਾ ਲਾ ਹੀ ਰਹੇ ਨੇ। ਠੀਕ ਹੈ, ਹਰੇਕ ਥਾਂ ਦੇ ਉੱਤੇ ਕਰਪਸ਼ਨ ਤੇ ਚੱਲਦੀ ਹੈ, ਉਹ ਤੇ ਬੰਦ ਮੇਰੇ ਖਿਆਲ ਨਾਲ ਨਹੀਂ ਛੇਤੀ ਕਿਤੇ ਹੋ ਸਕਦੀ। ਪਰ ਫਿਰ ਵੀ ਹਮੇਸ਼ਾ ਕੋਈ ਵੀ ਚੀਜ਼ ਹੁੰਦੀ ਹੈ, ਨਿਸ਼ਾਨਾ ਜਿਹੜਾ ਹੈਗਾ, ਮੈਂ ਕਹਿੰਦਾ ਕਿ ਨਿਸ਼ਾਨਾ ਹਮੇਸ਼ਾ ਬਣਿਆ ਤੇ ਸਿਰਫ ਪੰਜਾਬ ਹੀ ਬਣਿਆ। ਅੱਛਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਸਾਡੇ ਪੰਜਾਬ ਦਾ ਧੱਕਾ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ? ਧੱਕਾ ਵੀ ਹੋ ਰਿਹਾ ਨਾ, ਇਹੀ ਗੱਲ ਹੈ। ਇਹੀ ਬੇਨਤੀ ਗੱਲ ਇਹੀ ਆਈ ਦੀ ਘੁੰਮ ਫਿਰ ਕੇ ਤਿਆਰੀਆਂ। ਬਾਕੀ ਦੀਆਂ ਸਟੇਟਾਂ ਦਾ ਕਿਉਂ ਨਹੀਂ ਕੋਈ ਕਿਸੇ ਚੀਜ਼ ਦਾ ਵੀ ਰੋਲਾ ਨਹੀਂ ਹੈਗਾ? ਇਹ ਤੇ ਸਾਨੂੰ ਮਤਲਬ ਯਾਦ ਰੱਖਣਾ ਚਾਹੀਦਾ ਵੀ ਹਿੰਦੁਸਤਾਨ ਗਵਰਨਮੈਂਟ ਜਿਹੜੀ ਪੰਜਾਬ ਨਾਲ ਧੱਕਾ ਕਰ ਰਹੀ ਹੈ, ਬਿਲਕੁਲ ਹਰਗਿਜ਼ ਧੱਕਾ ਕਰ ਰਹੀ ਹੈ। ਔਰ ਉਹਦੇ ਵਾਸਤੇ ਸੋਚਣ ਵਾਲੀ, ਉਹਦੇ ਵਾਸਤੇ ਸਾਨੂੰ ਗੰਭੀਰ ਹੋਣਾ ਪਏਗਾ। ਉਹਦੇ ਵਾਸਤੇ ਸਾਨੂੰ ਆ ਝੌਂਪੜੀਆਂ ਦੀ ਜਾਂ ਫਲੱਡ ਦੀ ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ। ਜੋ ਆਉਂਦਾ ਆਉਣ ਦਿਓ। ਸਭ ਤੋਂ ਵੱਡਾ ਕੰਮ ਹੈ ਵੀ ਜਿਹੜੀ ਗਵਰਨਮੈਂਟ ਸਾਡੇ ਨਾਲ ਧੱਕਾ ਕਰ ਰਹੀ ਹੈ, ਡਿਸਕ੍ਰਿਮੀਨੇਸ਼ਨ ਕਰ ਰਹੀ ਹੈ, ਉਹਦੇ ਬਾਰੇ ਸਾਨੂੰ ਸੋਚਣਾ ਪਏਗਾ। ਉਹਦੇ ਵਾਸਤੇ ਅਸੀਂ ਕੀ ਕਰਨਾ ਹੈ? ਹੁਣ ਬੇਅਦਬੀਆਂ ਜਿਹੜੀਆਂ ਹੋਈਆਂ ਕਾਫੀ ਚੈਨਲਾਂ ਦੇ ਉੱਤੇ, ਰੇਡੀਓ ਦੇ ਉੱਤੇ, ਕਾਫੀ ਥਾਵਾਂ ਤੇ ਚੱਲਿਆ। ਬੇਅਦਬੀਆਂ ਹੋਈਆਂ ਨੂੰ ਵੀ 2 ਸਾਲ ਹੋ ਗਏ। ਜੋਰਾ ਕਮਿਸ਼ਨ ਬਣੀ ਅਕਾਲੀਆਂ ਵੱਲੋਂ, ਫਿਰ ਕਾਂਗਰਸ ਸਰਕਾਰ ਆ ਗਈ, ਇਹਨਾਂ ਨੇ ਰਣਜੀਤ ਕਮਿਸ਼ਨ ਬਣਾ ਦਿੱਤੀ। ਫੈਸਲਾ ਉਹਨਾਂ ਕਮਿਸ਼ਨਾਂ ਦਾ ਫੈਸਲਾ ਕੋਈ ਵੀ ਨਹੀਂ ਹੋਇਆ। ਉਹ ਜਿਹੜਾ ਮੁੱਦਾ ਜਿਹੜਾ ਸੀ ਉਹ ਉੱਥੇ ਦਾ ਉੱਥੇ ਹੀ ਪਿਆ। ਉਹਦੇ ਵਿੱਚ 2 ਸਿੰਘ ਵੀ ਸ਼ਹੀਦ ਹੋਏ। ਦੇਖੋ, ਇਹ ਰਣਜੀਤ ਸਿੰਘ ਜੀ, ਸਾਡੇ ਕੋਲ ਮੈਂ ਪਹਿਲਾਂ ਅਰਜ਼ ਕੀਤੀ ਇਸ ਮਸਲੇ ਤੇ ਵੀ ਹਿੰਦੁਸਤਾਨ ਗਵਰਨਮੈਂਟ ਜਿਹੜੀ ਹੈ ਸਿੱਖਾਂ ਨਾਲ, ਪੰਜਾਬ ਨਾਲ ਬੜਾ ਧੱਕਾ, ਖਾਸ ਕਰਕੇ ਸਿੱਖਾਂ ਨਾਲ ਬਹੁਤ ਧੱਕਾ ਕਰ ਰਹੀ ਹੈ। ਤੇ ਇਹ ਹੁਣ ਜੇ ਬੇਅਦਬੀਆਂ ਹੋ ਰਹੀਆਂ ਨੇ ਤੇ ਸਾਡੇ ਬੰਦੇ ਹੀ ਬੇਅਦਬੀਆਂ ਕਰਾਉਣ ਵਾਲੇ ਤੇ ਸਾਡੇ ਬੰਦੇ ਉਹਨਾਂ ਨੂੰ ਛਡਾਉਣ ਵਾਲੇ। ਤੇ ਦੱਸੋ, ਜੇ ਕੁੱਤੀ ਚੋਰ ਨਾਲ ਰਲ ਜਾਏ ਤੇ ਫਿਰ ਰਾਖਾ ਤਾਂ ਕੋਈ ਨਹੀਂ ਨਾ। ਹੁਣ ਸਾਡੀ ਸਰਕਾਰ
ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਆ, ਉਹਦੇ ਰਾਜ ਦੇ ਵਿੱਚ ਇਹ ਬੇਅਦਬੀਆਂ ਹੋਈਆਂ। ਠੀਕ ਹੈ। ਉਸ ਤੋਂ ਬਾਅਦ ਹੁਣ ਜਿਹੜੀ ਸਰਕਾਰ ਆਈ, ਕਾਂਗਰਸ ਸਰਕਾਰ, ਉਹ ਵੀ ਅਮਰਿੰਦਰ ਸਿੰਘ ਹੈ, ਤੇ ਉਹਨੇ ਕਿਉਂ ਨਹੀਂ ਐਕਸ਼ਨ ਲਿਆ? ਪਤਾ ਲੱਗ ਚੁੱਕਾ ਹੈ, ਸਾਰਿਆਂ ਨੇ ਨੋਮੀਨੇਟ ਹੋ ਚੁੱਕੇ ਨੇ ਬੰਦੇ, ਫਲਾਣੇ ਹੈਗੇ ਨੇ। ਬਾਦਲ ਦਾ ਨਾਂ ਆ ਰਿਹਾ, ਸੁਖਬੀਰ ਬਾਦਲ ਦਾ ਨਾਂ ਆ ਰਿਹਾ, ਦੋਨੇ ਬਾਦਲਾਂ ਦਾ ਨਾਂ ਆ ਰਿਹਾ, ਹੋਰ ਬੰਦਿਆਂ ਦੇ ਨਾਂ ਆ ਰਹੇ। ਮੇਨ ਤਾਂ ਇਹੋ ਹੀ ਨੇ ਦੋਨੇ ਜਣੇ, ਜਥੇਦਾਰਾਂ ਦੇ ਵੀ ਨਾਂ ਆ ਰਹੇ ਨੇ ਵੀ ਇਹਨਾਂ ਦਾ ਰੋਲ ਹੈਗਾ ਉਹਨਾਂ ਨੂੰ ਮਾਫੀ ਦੇਣ ਵਿੱਚ। ਬੇਅਦਬੀਆਂ ਜੇ ਤੁਸੀਂ ਮਾਫੀ ਦੇ ਰਹੇ ਹੋ ਤਾਂ ਬੇਅਦਬੀਆਂ ਦੇ ਚਾਂਸ ਵੱਧ ਜਾਣੇ, ਹੋਰ ਵਧਣਗੇ। ਉਹਦੇ ਵਿੱਚ ਇੱਕ ਇਸ ਕਰਕੇ ਸਾਨੂੰ ਦੇਖੋ ਹੁਣ, ਅੱਛਾ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਵੀ ਇਹਨਾਂ ਤੇ ਦਬਾਅ ਪੈ ਰਿਹਾ, ਪ੍ਰੈਸ਼ਰ ਪੈ ਰਿਹਾ ਸੈਂਟਰ ਗਵਰਨਮੈਂਟ ਦਾ ਵੀ ਨਹੀਂ ਤੁਸੀਂ ਬੰਦੇ ਨਹੀਂ ਫੜਦੇ ਜਾਂ ਉਹਨਾਂ ਨੂੰ ਸਜ਼ਾ ਨਹੀਂ ਦੇਣੀ। ਹੁਣ ਦੱਸੋ ਤੁਸੀਂ ਇਹ ਕੀ ਚੱਕਰ ਹੈ? ਇੱਕ ਸਰਦਾਰ ਇੱਥੇ ਸਾਨੂੰ ਸੋਚਣਾ ਬਣਦਾ ਨਾ ਸਾਡਾ ਵੀ ਅਸੀਂ ਕੀ ਕਰਨਾ ਹੈ। ਇਸ ਦੇਖੋ ਸਾਨੂੰ ਮਾਰ ਪੈ ਰਹੀ ਹੈ, ਅਸੀਂ ਚਾਹਾਂਗੇ ਸਾਨੂੰ ਮਾਰ ਪੈ ਜਾਏ ਬੇਸ਼ੱਕ ਦੀ, ਪਰ ਅਸੀਂ ਇਕੱਠੇ ਹੋ ਕੇ ਮਾਰ ਨਹੀਂ ਖਾਣਾ ਚਾਹੁੰਦੇ। ਇਕੱਠੇ ਹੋ ਕੇ ਇੱਕ ਵਾਰੀ ਮਾਰ ਪੈਣੀ ਸਾਨੂੰ ਇਕੱਠੇ ਹੋ ਕੇ ਜਦੋਂ ਖਾਵਾਂਗੇ, ਤੇ ਨਹੀਂ ਤੇ ਬਾਰ-ਬਾਰ ਸਾਨੂੰ ਮਾਰ ਪੈਂਦੀ ਰਹੇਗੀ। ਪਰ ਫਿਰ ਵੀ ਇਕੱਠੇ ਹੋ ਕੇ ਮਾਰ ਖਾ ਲਓ, ਇੱਕ ਵਾਰੀ ਖਾਣੀ ਪਏਗੀ। ਪਰ ਫਿਰ ਵੀ ਕੁਝ ਬਣ ਜਾਏਗਾ। ਜਿਹੜੇ ਜਥੇਬੰਦੀਆਂ ਬਣੀਆਂ ਹੋਈਆਂ ਜਿਹੜੀਆਂ, ਉਹ ਆਪਣਾ ਕੀ ਕਹਿੰਦੇ ਨੇ, ਵੱਖਰਾ ਰੋਲਾ ਪਾ ਰਹੀਆਂ, ਕੋਈ ਵੱਖਰਾ ਰੋਲਾ ਪਾ ਰਿਹਾ। ਬਿਲਕੁਲ। ਕਿਉਂ ਨਹੀਂ ਫਿਰ ਇੱਕ ਝੰਡੇ ਦੇ ਥੱਲੇ ਇਕੱਠੇ ਕਿਉਂ ਨਹੀਂ ਹੁੰਦੇ? ਇਹ ਬਸ ਅਲੱਗ-ਅਲੱਗ ਹੋ ਕੇ ਮਾਰ ਖਾ ਰਹੇ ਹਾਂ ਅਸੀਂ। ਜਦੋਂ ਅਸੀਂ ਇਕੱਠੇ ਹੋ ਗਏ, ਜਥੇਬੰਦੀਆਂ ਆਪਣਾ ਮਫਾਦ ਛੱਡ ਕੇ ਇੱਕ ਆਪਣੇ ਪੰਥਕ ਮਫਾਦ ਨੂੰ ਲੈ ਕੇ ਅੱਗੇ ਆਉਣਗੀਆਂ ਨਾ, ਉਦੋਂ ਇਹ ਸਾਰਾ ਮਸਲਾ ਹੱਲ ਹੋ ਜਾਏਗਾ, ਕੋਈ ਵੱਡੀ ਪ੍ਰੋਬਲਮ ਨਹੀਂ। ਅਸੀਂ ਕਿਉਂਕਿ ਬੇਅਦਬੀਆਂ ਜਿਹੜੀਆਂ ਆਪਣੇ ਟੱਪਲੀ ਆਪਣਾ ਰਾਜ, ਇੱਕ ਪੰਥਕ ਸਰਕਾਰ ਜਿਹੜੀ ਆਈ ਹੈ ਉਹਦੇ ਵਿੱਚ ਬੇਅਦਬੀਆਂ ਹੋਈਆਂ, ਪਰ ਬੇਅਦਬੀਆਂ ਜਿਹੜੀਆਂ ਹੁਣ ਜੇ 1.5 ਸਾਲ ਜਿਹੜੀ ਕਾਂਗਰਸ ਸਰਕਾਰ ਹੈ, ਬੇਅਦਬੀਆਂ ਇਹਦੇ ਵਿੱਚ ਵੀ ਹੁਣ ਗੁਟਕਾ ਸਾਹਿਬ ਦੀਆਂ ਜਿਹੜੀਆਂ ਨੇ, ਵੇਖੋ ਉਹਨਾਂ ਦੇ ਵੀ ਪੱਤਰ ਜਿਹੜੇ ਨੇ, ਗੁਟਕਾ ਸਾਹਿਬ ਦੇ ਵੀ ਜਿਹੜੇ ਨੇ, ਉਹ ਵੀ ਬਾਹਰ ਗਲੀਆਂ ਦੇ ਵਿੱਚ ਸੁੱਟੇ ਗਏ, ਸਭ ਕੁਝ ਕੀਤੇ ਗਏ ਨੇ। ਹੁਣ ਤਾਂ ਗੱਲ ਸਿਰਫ ਇਹ ਨਹੀਂ ਵੀ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਬੇਅਦਬੀਆਂ ਜਿਹੜੀਆਂ ਸਭ ਤੋਂ ਜ਼ਿਆਦੀਆਂ ਪਿੰਡਾਂ ਦੇ ਵਿੱਚ ਹੁੰਦੀਆਂ ਨੇ। ਪਿੰਡਾਂ ਤੇ ਹੁਣ ਵੀ ਜਿਹੜੀਆਂ ਹੋਈਆਂ ਸਾਰੀਆਂ ਪਿੰਡਾਂ ਦੇ ਵਿੱਚ ਹੋਈਆਂ। ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦੇ ਅੰਗ ਪਾੜੇ ਗਏ, ਪੱਤਰੇ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾੜੇ ਗਏ, ਔਰ ਗੁਟਕਾ ਸਾਹਿਬ ਜਿਹੜੇ ਉਹਨਾਂ ਦੇ ਅੰਗ ਜਿਹੜੇ ਨੇ ਪਾੜ ਕੇ ਗਲੀਆਂ 'ਚ ਸੁੱਟੇ ਗਏ। ਹੁਣ ਤਾਂ ਗੱਲ ਸਿਰਫ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਵੀ ਇਸ ਪਾਸੇ ਜਿਹੜਾ ਵੀ ਸਾਡੇ ਗੁਰਦੁਆਰੇ ਦੇ ਜਿਹੜੇ ਪਿੰਡਾਂ ਦੇ ਜਿਸ ਤਰ੍ਹਾਂ ਵੀ ਕੋਈ ਪ੍ਰਧਾਨ ਹੈ ਜਾਂ ਕਈ ਜਗ੍ਹਾ ਤੇ ਪੰਚ ਨੇ ਜਾਂ ਸਰਪੰਚ ਨੇ, ਜਿਹੜੇ ਗੁਰੂ ਘਰ ਦੇ ਵਿੱਚ ਮੁੱਖ ਸੇਵਾਦਾਰ ਹੈਗੇ ਨੇ, ਉਹਨਾਂ ਦਾ ਵੀ ਇਹਦੇ ਵਿੱਚ ਫਰਜ਼ ਬਣਦਾ ਹੈਗਾ। ਭਾਵੇਂ CCTV ਕੈਮਰੇ ਜਿਹੜੇ ਇਹ ਲੱਗੇ ਆ, ਗ੍ਰੰਥੀ ਸਿੰਘ ਇੱਕ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਹੈਗਾ, ਗ੍ਰੰਥੀ ਸਿੰਘ ਬਾਹਰ ਕਿਧਰੇ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਪਿੰਡ ਦੇ ਵਿੱਚ ਹੀ, ਜੇ ਉੱਥੇ ਡਿਊਟੀ ਲਾਉਣ ਵਾਸਤੇ ਚਲ ਜਾਂਦਾ ਹੈ। ਬੱਚੇ ਸਕੂਲ ਜਾਂਦੇ ਨੇ ਜਾਂ ਉਹਨਾਂ ਦੀ ਵਾਈਫ ਜਾਂ ਉਹਨਾਂ ਦੇ ਘਰ ਦੇ ਜਿਹੜੇ ਨੇ ਉਹ ਆਪਣੇ ਹੋਰ ਕਿਸੇ ਕੰਮ ਜਾਂਦੇ ਨੇ। ਸਿੱਖੀ ਸਰੂਪ ਦੇ ਵਿੱਚ ਹੀ ਬੰਦਾ ਅੰਦਰ ਜਾਂਦਾ ਹੈ, ਅੰਦਰ ਜਾ ਕੇ ਬੇਅਦਬੀ ਕਰਕੇ ਉਹ ਬਾਹਰ ਨਿਕਲ ਆਉਂਦਾ ਹੈਗਾ। CCTV ਕੈਮਰੇ, ਕਿਉਂਕਿ ਇਹ ਨਹੀਂ ਕਿ ਪਿੰਡ ਦੇ ਵਿੱਚ ਹੀ ਜਿਹਨੇ ਬੇਅਦਬੀ ਕਰਨੀ ਉਹ ਪਿੰਡ ਦੇ ਵਿੱਚੋਂ ਕੋਈ ਬੰਦਾ ਹੋਵੇਗਾ, ਉਹ ਬਾਹਰੋਂ ਬੰਦਾ ਆਣ ਕੇ ਬੇਅਦਬੀ ਕਰਕੇ ਚੱਲ ਜਾਏਗਾ। ਇਸ ਕਰਕੇ ਸਾਨੂੰ ਜਿਹੜਾ ਹੈ ਇਸ ਪਾਸੇ ਵੱਲ ਵੀ ਜਿਹੜਾ ਧਿਆਨ ਦੇਣਾ ਚਾਹੀਦਾ। ਸਭ ਤੋਂ ਜ਼ਿਆਦੀਆਂ ਜਿਹੜੀਆਂ ਬੇਅਦਬੀਆਂ ਪਿੰਡ 'ਚ ਹੋਈਆਂ, ਉਹਦੇ 'ਚ ਸਾਨੂੰ ਕੋਈ ਐਸਾ ਸੇਵਾਦਾਰ ਜਿਹੜਾ ਰੱਖਣਾ ਚਾਹੀਦਾ। ਮੈਂ ਇੱਕ ਬੇਨਤੀ ਜ਼ਰੂਰ ਜਿਹੜਾ ਹੈ, ਇੱਥੇ ਇੰਗਲੈਂਡ ਦੇ ਸਿੰਘ ਜਿਹੜੇ ਹੈਗੇ ਨੇ, ਜਿੱਥੇ ਇੱਥੇ ਸਿੱਖੀ ਸਰੂਪ ਦੇ ਵਿੱਚ ਵੀ ਬਹੁਤ, ਔਰ ਦਾਨੀ ਸੱਜਣ ਵੀ ਇੱਥੇ ਬਹੁਤ ਹੈਗੇ ਨੇ। ਮੈਂ ਕਹਿੰਦਾ ਵੀ ਇੱਕ ਪਿੰਡ ਜਿਹੜਾ ਨਾ ਇੱਥੇ ਦੇ ਸੱਜਣ ਜਿਹੜੇ ਲੈ ਲੈਣ, ਇੱਕ 10-10 ਪਾਉਂਡ ਵੀ ਇਕੱਠੇ ਕਰ ਲੈਣ, ਜਾਂ ਕੋਈ 50 ਬੰਦੇ ਵੀ, ਜਾਂ 10 ਬੰਦੇ ਜਾਂ 50 ਬੰਦੇ ਜੇ ਕਰ ਲੈਣ, ਤਾਂ ਵੇਖੋ ਕਿੰਨਾ ਉੱਥੇ 10-10 ਹਜ਼ਾਰ ਰੁਪਈਆ ਬਣ ਜਾਂਦਾ। ਉੱਥੇ 2-4 ਹਜ਼ਾਰ ਕਿਸੇ ਸੇਵਾਦਾਰ ਹੁੰਦਾ ਵੀ ਜਿਹੜਾ ਸਾਰਾ ਉੱਥੇ ਦਾ ਜਿਹੜਾ ਧਿਆਨ ਰੱਖੇ ਵੀ ਜਿਹੜੇ ਕੋਈ ਐਸੀ ਨਾ ਕੋਈ ਇਹੋ ਜਿਹਾ ਸ਼ਰਾਰਤੀ ਬੰਦਾ ਅੰਦਰ ਜਾਵੇ, ਨਾ ਕੋਈ ਐਸੀ ਬੇਅਦਬੀ ਹੋਵੇ। ਪਰ ਗਿਆਨੀ ਜੀ, ਮੈਂ ਇਸ ਗੱਲ ਨੂੰ ਟੋਕਦਾ ਥੋੜਾ ਜਿਹਾ ਕਿ ਇੱਥੋਂ ਬੇਸ਼ੱਕ ਇੱਥੋਂ ਪੈਸੇ ਜਿੰਨੇ ਮਰਜ਼ੀ ਭੇਜ ਦੇਣ, ਸੰਗਤ ਬਹੁਤ ਦਿਆਲੂ ਹੈ, ਭੇਜ ਸਕਦੇ ਨੇ। 10-10 ਦੀ ਨਹੀਂ, ਉਹਨਾਂ ਨੂੰ 100-100 ਪਾਉਂਡ ਵੀ ਕਹਿ ਦਿਓ ਨਾ, 100-100 ਪਾਉਂਡ ਭੇਜਣ ਨੂੰ ਵੀ ਤਿਆਰ ਨੇ। ਪਰ ਮੈਨੂੰ ਦੱਸੋ ਕਿ ਇੱਕ ਪਿੰਡ ਦੇ ਵਿੱਚ 5-5 7-7 ਗੁਰਦੁਆਰੇ ਹੁਣ ਬਣ ਚੁੱਕੇ ਹੋਏ ਆ। ਬਿਲਕੁਲ। ਹਾਂਜੀ। ਹੁਣ 5-5 7-7 ਗੁਰਦੁਆਰਿਆਂ ਦੇ ਵਿੱਚ ਕਿੰਨੇ ਕੁ ਸੇਵਾਦਾਰ ਇਦਾਂ ਦੇ ਰੱਖਦੇ ਫਿਰਾਂਗੇ ਅਸੀਂ? ਹਾਂ, ਨਹੀਂ, ਇਹ ਤਾਂ ਗੱਲ ਜਿਹੜੀ ਹੈ ਬਿਲਕੁਲ ਤੁਹਾਡੀ ਠੀਕ ਹੈਗੀ। ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਕਿਤੇ ਹੋਵੇ, ਹਾਂਜੀ, ਤਾਂ ਫਿਰ ਤਾਂ ਚਲੋ ਬੰਦਾ ਕਹਿੰਦਾ ਆ ਕਿ ਅਸੀਂ ਕੋਈ ਨਾ ਕੋਈ ਸੇਵਾਦਾਰ ਇਦਾਂ ਦਾ ਰੱਖੀਏ ਕਿ ਜਿਹੜਾ 24 ਆਵਰ ਜਿਹੜਾ ਹੈਗਾ, ਇੱਕ ਦੀ ਡਿਊਟੀ ਫਿਨਿਸ਼ ਹੋਈ, ਦੂਜੇ ਦੀ ਡਿਊਟੀ ਸ਼ੁਰੂ ਹੋਈ, ਉਹਦੇ ਤਾਂ ਸੰਗਤ ਅਫੋਰਡ ਕਰ ਸਕਦੀ ਹੈ। ਪਰ 5 ਗੁਰਦੁਆਰੇ ਫਿਰ ਬਣੇ ਵੀ ਹੈ ਕਿ ਇਹ ਫਲਾਣੇ ਦਾ ਗੁਰਦੁਆਰਾ ਹੈ, ਫਲਾਣੇ ਦਾ ਗੁਰਦੁਆਰਾ, ਫਲਾਣੇ ਦਾ ਗੁਰਦੁਆਰਾ। ਇਹਨਾਂ ਬਰਾਦਰੀਆਂ ਦੇ ਸਿਰ ਦੇ ਉੱਤੇ ਗੁਰਦੁਆਰੇ ਵੰਡੇ ਹੋਏ ਆ। ਬਿਲਕੁਲ। ਤੇ ਜੇ ਉਹ ਕਹਿੰਦੇ ਆ ਕਿ ਉਹ ਫਲਾਣੇ ਗੁਰਦੁਆਰੇ ਚ ਚੱਲ ਛੱਡ, ਅਸੀਂ ਆਪਣਾ ਵਿਚਾਰ ਲੈਨੇ, ਅਸੀਂ ਆਪਣੀ ਉਹ ਕੀ ਕਹਿੰਦੇ ਸੇਫਟੀ ਵਧਾ ਦਿੰਦੇ ਆ। ਅਸੀਂ ਇਹ ਕਹਿ ਦਿੰਦੇ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਗੁਰਦੁਆਰੇ ਕਿਉਂ ਹੋਈ ਬੇਅਦਬੀ। ਉਹਦੇ ਵਿੱਚ ਅਸੀਂ ਵੀ ਜਾ ਕੇ ਉੱਥੇ ਦੇਖੀਏ, ਬਣਦਾ ਜੇ CCTV ਕੈਮਰਾ ਲੱਗਾ ਉੱਤੇ, ਬੰਦਾ ਜਿਹੜਾ ਉਹਦੇ ਵਿੱਚ ਆਇਆ ਉਹ ਕਿਉਂ ਨਹੀਂ ਫੜਿਆ ਗਿਆ ਕਰਕੇ। ਤੇ ਬੇਸ਼ੱਕ ਉਹ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜ ਗਿਆ, ਉੱਥੇ ਪਏ ਨੇ ਪੱਤਰੇ ਫਾੜ ਗਿਆ, ਬੇਅਦਬੀ ਕਰ ਗਿਆ,
ਸੀਸੀਟੀਵੀ ਦੇ ਵਿੱਚ ਵੀ ਆ ਗਿਆ, ਕਈ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਪਿੰਡਾਂ 'ਚ ਕਈ ਫੋਟੋਆਂ ਆਈਆਂ ਨੇ, ਹਾਂਜੀ ਜੀ। ਪਰ ਕਿਸੇ ਵੱਲੋਂ ਵੀ ਇਹ ਨਹੀਂ ਪੇਸ਼ ਕੀਤਾ ਗਿਆ ਕਿ ਇਹਨਾਂ ਨੇ ਪਾੜੇ ਆ। ਕਿਉਂ ਇਹ ਚੀਜ਼ਾਂ ਤੇ ਰਹਿ ਗਏ ਹੋਏ ਆ? ਦੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਾਸ ਦਾ ਪਿੰਡ ਜਿਹੜਾ ਹੈ ਬਾਬਾ ਬਕਾਲਾ ਸਾਹਿਬ, ਔਰ ਨਾਲ ਹੀ ਜੋ ਚੌਂਕ ਮਹਿਤਾ ਚੌਂਕ ਜਿਹੜਾ ਹੈ ਜਿੱਥੇ ਗੁਰਦਰਸ਼ਨ ਪ੍ਰਕਾਸ਼, ਉਹ ਤੋਂ ਸਾਡਾ ਪਿੰਡ ਡੇਰੀ ਵਾਲਾ ਜਿਹੜਾ ਹੈ ਤਕਰੀਬਨ 2.5-3 ਮੀਲਾਂ ਤੇ ਹੈਗਾ, ਜਿਹੜਾ ਸਾਡਾ ਜਨਮ ਵੀ ਉੱਥੇ ਦਾ ਹੋਇਆ ਹੈ। ਔਰ ਵੇਖੋ ਨਾਲ ਹੀ ਖਲਚੀਆਂ ਪਿੰਡ ਹੈ, ਕਿਉਂਕਿ ਇਹ ਵੱਡੇ ਵੱਡੇ ਪਿੰਡ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਤਰਸਿੱਕਾ ਬਲਾਕ ਹੈਗਾ, ਧੂਲਕਾ ਹੈ, ਨਾਲ ਹੋਰ ਲਾ ਲਓ ਤੁਸੀਂ ਕਾਲੇ ਕੀ ਹੈਗਾ, ਬਾਬਾ ਕਾਲਾ ਸਾਹਿਬ ਹੈਗੇ ਨੇ, ਵੱਡੇ ਵੱਡੇ ਜਿਹੜੇ ਪਿੰਡ ਹੈਗੇ ਨੇ। ਦਾਸ ਦਾ ਪਿੰਡ ਜਿਹੜਾ ਡੇਰੀ ਵਾਲਾ, ਔਰ ਉੱਥੇ ਵੀ ਤੁਸੀਂ ਦੇਖ ਲਓ ਨਾਲ ਖਲਚੀਆਂ ਪਿੰਡ ਹੈ। ਉਹ ਖਲਚੀਆਂ ਪਿੰਡ ਜਿਹੜਾ ਹੈ ਉੱਥੇ ਵੀ ਸਾਹਮਣੇ ਇੱਕ ਨੌਜਵਾਨ ਜਿਹੜਾ ਹੈਗਾ, ਉਹ ਕਹਿੰਦੇ ਵੀ ਉਹਨੇ ਕੋਈ ਅਮਲ ਖਾਧਾ ਹੋਇਆ ਸੀ ਜਾਂ ਕੋਈ ਐਸਾ ਕੀਤਾ ਸੀ, ਤੇ ਉਹਨੇ ਜਾ ਕੇ ਉਹ ਫੜਿਆ ਵੀ ਗਿਆ। ਫਿਰ ਉਹਦਾ ਬਸ 2-4 ਦਿਨ ਰੌਲਾ ਪਿਆ, ਉਸ ਤੋਂ ਬਾਅਦ ਫਿਰ ਉਹਦਾ ਜਿਹੜਾ ਵਿੱਚ ਇੱਕ ਕੋਲ ਮਸੌਲਾ ਕਰਕੇ ਤੇ ਬਸ ਉਹ ਗੱਲ ਜਿਹੜੀ ਖਤਮ ਕਰ ਦਿੱਤੀ। ਕਈਆਂ ਦੀਆਂ ਤੇ ਜ਼ਮਾਨਤਾਂ ਵੀ ਮੈਂ ਵੇਖਿਆ, ਕਈਆਂ ਦੀ ਜ਼ਮਾਨਤਾਂ ਵੀ ਜਿਹੜੇ ਫੜੇ ਗਏ ਸੀ ਬੇਅਦਬੀ ਦੇ ਮਾਮਲੇ ਦੇ ਵਿੱਚ, ਉਹਨਾਂ ਦੀਆਂ ਤੇ ਜ਼ਮਾਨਤਾਂ ਵੀ ਹੋ ਗਈਆਂ। ਇਦਾਂ ਦੇ ਬੰਦੇ ਦੀਆਂ ਜ਼ਮਾਨਤਾਂ ਤੇ ਹੋਣੀਆਂ ਨਹੀਂ ਚਾਹੀਦੀਆਂ, ਪਰ ਫਿਰ ਵੀ ਜ਼ਮਾਨਤਾਂ ਦੇ ਵਿੱਚ ਜ਼ਮਾਨਤ ਲੈ ਕੇ ਉਹ ਬਾਹਰ ਫਿਰਦੇ ਪਏ ਆ। ਇਹਦਾ ਮਤਲਬ ਉਹਨਾਂ ਦੇ ਮਗਰ ਕੋਈ ਐਸੀ ਤਾਕਤ ਉਹਨਾਂ ਦੇ ਮਗਰ ਹੈ ਕਿ ਜਿਨ੍ਹਾਂ ਨੇ ਕਰਵਾਇਆ ਤੇ ਉਹਨਾਂ ਨੇ ਛਡਾ ਵੀ ਲਿਆ ਹੈ। ਤਾਂ ਫਿਰ ਇੱਥੇ ਦੀ ਸੰਗਤ ਕੀ ਕਰੇ ਕਿ ਗੁਰੂ ਘਰਾਂ ਦੇ ਵਿੱਚ ਕਿੱਦਾਂ ਇੱਥੋਂ ਪੈਸੇ ਭੇਜ ਕੇ ਤੇ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਇਦਾਂ ਦੇ ਰੱਖਦੀ ਫਿਰੇ? ਇਹ ਤਾਂ ਫਿਰ ਥੋੜੀ ਸੇਫਟੀ ਸਾਨੂੰ ਜਿਹੜੀ ਵਧਾਉਣੀ ਪੈਣੀ ਹੈਗੀ ਹੈ ਵੀ ਜੇ ਉੱਥੇ ਦਾ, ਕਿਉਂਕਿ ਉੱਥੇ ਜਿਹੜੇ ਨੇ ਅਸੀਂ ਗਰੀਬ ਤਾਂ ਨਹੀਂ ਕਹਿ ਸਕਦੇ ਹੈਗੇ, ਪਰ ਅਫੋਰਡ ਨਹੀਂ ਕਰ ਸਕਦੇ ਗੁਰੂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨੇ। ਕੱਲੇ ਗ੍ਰੰਥੀ, ਇੱਕ ਗੁਰਦੁਆਰੇ 'ਚ ਕੱਲਾ ਇੱਕ ਗ੍ਰੰਥੀ ਸਿੰਘ ਹੀ ਹੈ, ਉਹਨੇ ਆਪਣੇ ਟੱਬਰ ਦੀ ਉਪਜੀਵਿਕਾ ਵੀ ਕਰਨੀ ਹੈ, ਉਹਨੇ ਬਾਹਰ ਕਿਤੇ ਅਖੰਡ ਪਾਠ ਕਰਨ ਵਾਸਤੇ ਵੀ ਜਾਣਾ, ਸਹਿਜ ਪਾਠ ਕਰਨ ਵਾਸਤੇ ਵੀ ਜਾਣਾ, ਤੇ ਫਿਰ ਉੱਥੇ ਹੁਣ ਗੁਰਦੁਆਰਾ ਸਾਹਿਬ ਤੇ ਕੋਈ ਹੈ ਨਹੀਂ, ਜਾਂ ਤੇ ਤਾਲਾ ਲਾ ਕੇ ਜਾਵੇ ਜਾਂ ਫਿਰ ਉਹਦਾ ਪਰਿਵਾਰ ਉੱਥੇ ਰਵੇ। ਪਰਿਵਾਰ ਦੇ ਵਿੱਚ ਬੱਚੇ ਜੇ ਵੱਡੇ ਨੇ, ਬੱਚੇ ਸਕੂਲ ਚਲ ਗਏ, ਦੱਸੋ ਵੀ ਉਹ ਤੇ ਫਿਰ ਸਾਨੂੰ ਥੋੜਾ ਨਾ ਥੋੜਾ ਜਿਹੜਾ ਨਾ ਸਾਨੂੰ ਬਾਹਰੋਂ ਜਿਹੜਾ ਯੋਗਦਾਨ ਪਾ ਕੇ, ਜਾਂ ਉੱਥੇ ਕੋਈ ਸੇਵਾਦਾਰ ਜਾਂ ਮੀਰ ਗ੍ਰੰਥੀ ਵੀ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਨਾ, ਜਾਂ ਪਿੰਡ ਦਾ ਹੀ ਕੋਈ ਐਸਾ ਬੰਦਾ ਵੇ ਜਿਹਨੂੰ ਕੋਈ 2-4 ਹਜ਼ਾਰ ਰੁਪਇਆ ਦਿੱਤਾ ਜਾਵੇ, ਜਿਹੜਾ ਸਵੇਰੇ 8 ਵਜੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਨਾ ਉੱਥੇ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਹੈ, ਉੱਥੇ ਦਾ ਜਿਹੜਾ ਸਾਰਾ ਸਭ ਕੁਝ ਜਿਹੜਾ ਉੱਥੇ ਦਾ ਧਿਆਨ ਰੱਖੇ। ਤਾਂ ਜਿਹੜੀਆਂ ਇਹ ਵਿਧੀਆਂ ਜਿਹੜੀਆਂ ਕਿਉਂਕਿ ਇਸ ਵੇਲੇ ਮਾਹੌਲ ਹੀ ਐਸਾ ਜਿਹੜਾ ਚੱਲ ਰਿਹਾ, ਇੱਕ ਦੂਜੇ ਨੂੰ ਅਸੀਂ ਬਦਨਾਮ ਕਰਦੇ ਹਾਂ, ਤੇ ਇਸ ਕਰਕੇ ਜਿਹੜਾ ਨਾ ਵੀ ਸਾਨੂੰ ਇਹ ਆ ਵੀ ਬਾਹਰ ਦੇ ਜਿਹੜੇ ਜਿੰਨੀ ਵੀ ਸੰਗਤ ਹੈ ਉਹਨਾਂ ਦੀ ਸੇਵਕ ਬੇਨਤੀ ਹੈ, ਭਾਵੇਂ ਇੱਕ ਪਿੰਡ ਦੇ ਵਿੱਚ ਭਾਵੇਂ 5-5 7-7 ਗੁਰਦੁਆਰੇ ਬਣੇ ਨੇ, ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਗੁਰੂ ਜਿਹੜਾ ਸਾਰਿਆਂ ਦਾ ਇੱਕ ਹੈ। ਜੇ ਗੁਰੂ ਗ੍ਰੰਥ ਸਾਹਿਬ ਇੱਥੇ ਇੰਗਲੈਂਡ ਦੇ ਵਿੱਚ ਹੈ, ਤਾਂ ਉਹੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਪ੍ਰਕਾਸ਼ ਉੱਥੇ ਹੈ, ਧਾਰਮਿਕ ਸਥਾਨਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਤੇ ਉਹੀ ਹੈ ਨਾ, ਬਾਣੀ ਤੇ ਉਹੀ ਹੈ, ਬਾਣੀ ਕੋਈ ਵੱਖਰੀ ਤੇ ਨਹੀਂ ਨਾ ਹੈਗੀ। ਦੇਖੋ ਆਨੰਦ ਸਾਹਿਬ ਜੀ, ਇਹ ਬੜੀ ਨਾ ਸਮਝੀ ਦੀ ਗੱਲ ਹੈ ਜਿਹੜਾ ਬੇਅਦਬੀ ਕਰਦਾ ਹੈ। ਹਾਂਜੀ, ਤੇ ਜੇ ਆਪਾਂ ਜ਼ਾਤ ਬਰਾਦਰੀ ਵੱਲ ਜਾਈਏ, ਹਰ ਇੱਕ ਬਰਾਦਰੀ ਦੇ ਇਨਸਾਨ ਦੀ ਭਗਤਾਂ ਦੀ ਬਾਣੀ ਉਹਦੇ 'ਚ ਦਰਜ ਹੈ। ਬਿਲਕੁਲ। ਔਰ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ, ਭਾਈ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ, ਇਸੇ ਤਰ੍ਹਾਂ ਹੀ ਭੱਟਾਂ ਦੀ ਬਾਣੀ ਦਰਜ ਹੈ, ਨਾਮਾ ਜੀ ਦੀ ਬਾਣੀ ਦਰਜ, ਹਰ ਇੱਕ ਜ਼ਾਤ ਮਜ਼ਹਬ ਦੇ ਬੰਦੇ ਦੀ ਬਾਣੀ ਦਰਜ ਹੈ। ਤੇ ਉਹ ਹੁਣ ਦੇਖੋ, ਹੁਣ ਬੰਦਾ ਕਿਸੇ ਨਾ ਕਿਸੇ ਕਮੇਟੀ ਵਿੱਚ ਤਾਂ ਹੋਏਗਾ ਜਿਹੜਾ ਜਿਹਨੇ ਬੇਅਦਬੀ ਕੀਤੀ, ਉਹਨੂੰ ਇਹ ਨਹੀਂ ਪਤਾ ਵੀ ਜਿਸ ਕਮੇਟੀ 'ਚ ਹੈਗਾ ਬੰਦਾ ਵੀ ਮੇਰੇ ਕਮੇਟੀ ਦੇ ਬੰਦੇ ਦੀ ਵੀ ਇਹਦੇ ਵਿੱਚ ਬਾਣੀ ਦਰਜ ਹੈ, ਮੈਂ ਉਹਦੀ ਬੇਇੱਜ਼ਤੀ ਕਰਨ ਡਿਆ। ਇਹ ਬੜੀ ਨਾਸਮਝੀ ਵਾਲੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਨੀ, ਬੇਅਦਬੀ ਕਰਨੀ ਇੱਕ ਬਹੁਤ ਵੱਡਾ ਇੱਕ ਨਾਸਮਝੀ ਵਾਲੀ ਗੱਲ ਹੈ, ਕਿਉਂਕਿ ਹਰ ਸਾਂਝੀਵਾਲਤਾ ਦਾ ਸਾਡੇ ਕੋਲ ਇੱਕ ਹੈਗਾ, ਯੂਨੀਵਰਸਲ ਸਾਡੇ ਕੋਲ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ। ਕਿਸੇ ਦੇ ਬਰਖਲਾਫ ਨਹੀਂ ਹੈ, ਕਿਸੇ ਮਜ਼ਹਬ ਦੇ ਬਰਖਲਾਫ ਨਹੀਂ, ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਵਾਲੀ ਬਾਣੀ ਹੈ ਇਹ। ਤੇ ਇਹਦੀ ਬੇਅਦਬੀ ਕਰਨਾ ਤਾਂ ਇੱਕ ਬਹੁਤ ਹੀ ਨਿੰਦਣਯੋਗ ਕੰਮ ਹੈ, ਨਿੰਦਣਯੋਗ ਗੱਲ ਹੈ, ਨਿੰਦਣਯੋਗ ਘਟਨਾ ਹੈ। ਤੇ ਇਸ ਕਰਕੇ ਕਿਉਂਕਿ ਜਿੰਨੇ ਵੀ ਕਮੇਟੀ, ਹਰ ਕਮੇਟੀ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਹਰ ਕਮੇਟੀ ਦੇ ਬੰਦੇ ਦੀ, ਹਰ ਕਮੇਟੀ ਦੇ ਨੁਮਾਇੰਦੇ ਦੀ ਇਸ ਵਿੱਚ ਬਾਣੀ ਹੈ, ਤੁਸੀਂ ਉਹਨਾਂ ਦਾ ਸਤਿਕਾਰ ਕਰ ਲਓ ਭਾਈ, ਉਹਨਾਂ ਨੂੰ ਦੇਖ ਲਓ ਵੀ ਸਾਡੇ ਪੂਜਨਯੋਗ ਬੰਦੇ ਦੀ ਇੱਥੇ ਜਿਹੜੀ ਬਾਣੀ ਦਰਜ ਹੈ, ਅਸੀਂ ਉਹਦੀ ਬੇਇੱਜ਼ਤੀ ਤੇ ਨਹੀਂ ਕਿਤੇ ਕਰ ਰਹੇ, ਉਹਦੀ ਬੇਅਦਬੀ ਤੇ ਨਹੀਂ ਕਰ ਰਹੇ। ਜਦੋਂ ਇਹ ਸੋਚਣ ਲੱਗ ਜਾਵਾਂਗੇ ਫਿਰ ਇਹ ਸਾਰਾ ਕੁਝ ਮਸਲਾ ਹੱਲ ਹੋ ਜਾਏਗਾ। ਸਾਡੇ ਤੁਹਾਡੇ ਜਿਹੜਾ ਇੰਤਜ਼ਾਮ ਕਰਨ ਦਾ ਮੇਰਾ ਨਹੀਂ ਖਿਆਲ ਹੈ ਵੀ ਇਹ ਜਿਹੜਾ ਰੁਕੇਗਾ। ਜਾਂ ਸਖਤਾਈ ਵਰਤਾਂਗੇ ਤਾਂ ਹੋਏਗਾ ਕੰਮ ਇਹ, ਤੇ ਜਾਂ ਫਿਰ ਜੋ ਸਾਨੂੰ ਅਕਲ ਆ ਗਈ ਵੀ ਇਹ ਅਸੀਂ ਕੰਮ ਨਹੀਂ ਕਰਨਾ, ਫਿਰ ਇਹ ਜਿਹੜਾ ਕੰਮ। ਬਿਲਕੁਲ ਜੀ, ਬਿਲਕੁਲ। ਇਹ ਜਿਹੜੀਆਂ ਗੱਲਾਂ ਅੱਜ ਗੱਲਾਂ ਬਾਤਾਂ ਹੋਈਆਂ ਨੇ ਤੇ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਣਾ, ਕਿਉਂਕਿ ਪ੍ਰੋਗਰਾਮ ਦਾ ਟਾਈਮ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਭੱਜਦਾ ਜਾ ਰਿਹਾ ਹੈ। ਘੰਟੇ ਦਾ ਪ੍ਰੋਗਰਾਮ ਹੁੰਦਾ ਤੇ ਪਤਾ ਨਹੀਂ ਲੱਗਾ ਹੈਗਾ। ਤੇ ਨਾਲ ਹੀ ਇੱਕ ਮੈਸੇਜ ਜਿਹੜਾ ਹੈਗਾ ਸਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਫੇਰ ਆਇਆ ਹੈ। ਚੱਲਦੇ ਹਾਂ ਉਸ ਮੈਸੇਜ ਵੱਲ ਤੇ ਉਸ ਤੋਂ ਬਾਅਦ ਤੁਹਾਡੇ ਰੂਬਰੂ ਫੇਰ ਇੱਕ ਵਾਰੀ ਦੁਬਾਰਾ ਹਾਜ਼ਰ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਸੰਸਾਰ ਨੂੰ ਤਾਰਨ ਹਿਤ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਤੇ ਅੰਧੇਰ ਪਲੋਆ। ਦੇ ਮਾਂ ਵਾਕਾਂ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ, ਜਿਨ੍ਹਾਂ ਨੇ ਇਸ ਬਲਦੇ ਸੜਦੇ ਸੰਸਾਰ ਨੂੰ ਤਾਰਨ ਲਈ, ਠੰਡ ਪਾਉਣ ਲਈ ਆਪਣਾ ਪ੍ਰਕਾਸ਼ ਲਿਆ। ਤਿੰਨਾਂ ਸਤਿਗੁਰਾਂ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਜੋ ਅਗਲੇ ਸਾਲ ਨਵੰਬਰ 'ਚ ਆ ਰਿਹਾ ਹੈ, ਇਸ ਸੰਬੰਧ ਅੰਦਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਖ-ਵੱਖ ਢੰਗਾਂ ਨਾਲ, ਉਪਰਾਲਿਆਂ ਨਾਲ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਉਦਮ ਕਰ ਰਹੀਆਂ ਹਨ। ਔਰ ਇਸੇ ਹੀ ਲੜੀ ਵਿੱਚ ਸੋ ਜਿੱਥੇ ਅੱਜ ਕੱਲ੍ਹ ਮੀਡੀਆ ਰਾਹੀਂ, ਸੋਸ਼ਲ ਮੀਡੀਆ ਨੈਟਵਰਕ ਰਾਹੀਂ ਸੰਗਤਾਂ ਸੇਵਾ ਨਿਭਾ ਰਹੀਆਂ ਹਨ, ਉੱਥੇ ਸਿੱਖ ਚੈਨਲ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸੋ ਜਿਨ੍ਹਾਂ ਦੇ ਚੈਨਲ ਆਰੰਭ ਹੋਏ ਨੂੰ 10 ਸਾਲ ਹੋ ਚੁੱਕੇ ਹਨ, ਔਰ ਇਸ ਖੁਸ਼ੀ ਅੰਦਰ ਔਰ ਨਾਲ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 550 ਸਾਲਾ ਗੁਰਪੁਰਬ ਨੂੰ ਮਨਾਉਣ ਹਿੱਤ 1 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸਹਿਜ ਪਾਠਾਂ ਦੀ ਲੜੀ ਆਰੰਭ ਹੋ ਰਹੀ ਹੈ, ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਹਦੇ ਵਿੱਚ ਹਿੱਸਾ ਲੈਣਗੀਆਂ। ਔਰ ਇਸ ਲੜੀ ਵਿੱਚੋਂ ਨਾਲ ਸੰਥਿਆ ਰੂਪ ਵਿੱਚ ਬਾਣੀ ਦਾ ਪ੍ਰਵਾਹ ਚੱਲੇਗਾ। ਤੋ ਯਤਨ ਕਰਨਾ ਹੈ ਸੰਗਤਾਂ ਵੱਧ ਚੜ੍ਹ ਕੇ ਇਹਦਾ ਲਾਹਾ ਲੈਣ, ਬਾਣੀ ਸੁਣਨ, ਕਿਉਂਕਿ ਜਿੱਥੇ ਅਸੀਂ ਆਪ ਪਾਠ ਕਰਦੇ ਹਾਂ ਉੱਥੇ ਬਾਣੀ ਨੂੰ ਸੁੱਧ ਪੜ੍ਹਨਾ ਬਹੁਤ ਜ਼ਰੂਰੀ ਹੈ। ਤੋ ਇਸ ਕਰਕੇ ਯਤਨ ਕਰੀਏ। ਜੋ ਸਿੱਖ ਚੈਨਲ ਦੇ ਵੀਰ ਇਹ ਮੀਡੀਆ ਰਾਹੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਆ, ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਇਹਦਾ ਲਾਹਾ ਲਈਏ। ਔਰ ਇਹਨਾਂ ਚੈਨਲ ਦੇ ਨੂੰ ਜੋ 10 ਸਾਲ ਹੋ ਚੁੱਕੇ ਹਨ, ਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਕਿਰਪਾ ਕਰਨ, ਆਉਣ ਵਾਲੇ ਸਮੇਂ 'ਚ ਵੀ ਵੱਧ ਚੜ੍ਹ ਕੇ ਪੰਥ ਦੀ, ਦੇਸ਼ ਦੀ, ਕੌਮ ਦੀ, ਗੁਰੂ ਘਰ ਦੀ ਪ੍ਰਚਾਰ ਪ੍ਰਸਾਰ ਰਾਹੀਂ ਚੈਨਲਾਂ ਦੀ ਵੱਧ ਤੋਂ ਸੇਵਾ ਨਿਭਾਉਣ। ਔਰ ਇਸ ਚੈਨਲ ਨੂੰ ਗੁਰੂ ਪਾਤਸ਼ਾਹ ਜੀ ਤਰੱਕੀਆਂ ਬੁਲੰਦੀਆਂ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹਾਜ਼ਰ ਹੋ ਚੁੱਕੇ ਹਾਂ। ਸਾਰਿਆਂ ਨੇ ਦੇਖਿਆ ਹੀ ਹੈ ਕਿ ਜੋ ਮੈਸੇਜ ਸਾਨੂੰ ਇੰਡੀਆ ਤੋਂ ਆਇਆ ਹੈ ਸਿੰਘ ਸਾਹਿਬ ਦਾ, ਅਤੇ ਕਿਉਂਕਿ ਪ੍ਰੋਗਰਾਮ ਜਿਹੜਾ ਹੈਗਾ ਕੁਛ ਕੁ ਮਿੰਟਾਂ ਦਾ ਹੀ ਰਹਿ ਗਿਆ, ਅਤੇ ਗਿਆਨੀ ਜੀ ਜਿਹੜਾ ਆਪਣੇ ਸਟੂਡੀਓ ਦੇ ਵਿੱਚ ਜਿਹੜਾ ਹੈਗਾ ਸਹਿਜ ਪਾਠ ਜਿਹੜਾ ਹੈਗਾ 29 ਸਤੰਬਰ ਦਿਨ ਸ਼ਨੀਵਾਰ ਰੱਖਿਆ ਜਾਣਾ, ਅਤੇ ਉਹਦੇ ਬਾਰੇ ਸੰਗਤਾਂ ਨੂੰ ਚੰਦ ਲਫ਼ਜ਼ਾਂ ਦੇ ਵਿੱਚ, ਚੰਦ ਸੈਕਿੰਡਾਂ ਦੇ ਵਿੱਚ ਹੀ ਜਿਹੜਾ ਹੈਗਾ ਦੱਸੋ। ਮੈਂ ਸਮੂਹ ਜੋ ਸੰਗਤ ਜਿਹੜੀ ਹੈ ਇਹ ਬਰਮਿੰਘਮ ਦੀ ਜਾਂ ਹੋਰ ਲਾਗੇ ਜਿੰਨੀ ਕਮਿਊਨਿਟੀ ਹੈਗੀ ਹੈ, ਵਲਵਰਟਨ ਜਾਂ ਹੋਰ ਲਾਗੇ ਜਿੰਨੇ ਹੈ, ਉਹਨਾਂ ਨੂੰ ਬੇਨਤੀ ਹੈ ਵੀ ਏਕਤਾ ਜੋ ਸਹਿਜ ਪਾਠ ਜਿਹੜਾ ਹੈ ਇਹ ਸਿੱਖ ਚੈਨਲ ਤੋਂ ਜਿਹੜਾ ਆਰੰਭ ਕੀਤਾ ਜਾ ਰਿਹਾ ਹੈ। ਗੁਰੂ ਕਿਰਪਾ, ਗੁਰੂ ਐਸਾ ਕ੍ਰਿਸ਼ਮਾ ਜਿਹੜਾ ਦਿਖਾ ਦੇਵੇ, ਅਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋਵੇ, ਸਾਡੇ ਵਿੱਚ ਏਕਤਾ ਏਕਤਾ ਦਾ ਸਰੂਪ ਜਿਹੜਾ ਉਹ ਆ ਜਾਵੇ। ਅਤੇ ਉਹ ਜ਼ਰੂਰ ਵੀ ਸੰਗਤਾਂ ਨੂੰ ਬੇਨਤੀ ਹੈ ਵੀ ਆ ਵੱਧ ਤੋਂ ਵੱਧ ਜਿਹੜੇ ਹੈ ਵੀ 29 ਸਤੰਬਰ ਜਿਹੜਾ ਸ਼ਨੀਵਾਰ ਸਵੇਰੇ ਆਸਾਦੀਵਾਰ ਦਾ ਵੀ ਕੀਰਤਨ ਹੋਣਾ 6 ਤੋਂ ਲੈ ਕੇ 8 ਵਜੇ ਤੱਕ, ਉਸ ਤੋਂ ਬਾਅਦ ਵੀ ਕੀਰਤਨ ਚੱਲਣਾ ਹੈ, ਅਤੇ ਫਿਰ ਟਾਈਮ ਟੇਬਲ ਜਿਹੜਾ ਉਹ ਤੁਹਾਨੂੰ ਸਿੱਖ ਚੈਨਲ ਦੱਸ ਦੇਣਾ। ਇਸ ਕਰਕੇ ਉਹਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਆ ਵੱਧ ਤੋਂ ਵੱਧ ਜਿਹੜਾ ਵੀ ਇਸ ਸਟੂਡੀਓ ਦੇ ਵਿੱਚ ਪਹੁੰਚਣ ਦੀ ਕਿਰਪਾ ਕਰਿਓ। ਅਤੇ ਨਾਲ ਹੀ ਆਪਾਂ ਜੋ ਸਿੱਖ ਚੈਨਲ ਜਿਹੜੇ ਇੱਕ ਬਹੁਤ ਵਧੀਆ ਐਸੇ ਪ੍ਰੋਗਰਾਮ ਜਿਹੜੇ ਲਿਖ ਕੇ ਜਿਹੜੇ ਹਨ ਸੰਗਤਾਂ ਦੇ ਵਿੱਚ ਜਿਹੜੇ ਪੇਸ਼ ਕਰਦੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਅਗਲਾ ਪ੍ਰੋਗਰਾਮ ਜਿਵੇਂ ਰਣਜੀਤ ਸਿੰਘ ਜੀ ਦਾ ਸਰਵਣ ਕਰੋ। ਅਤੇ ਸਿਰਫ ਸਾਡੇ ਕੋਲ 30 ਸੈਕਿੰਡ ਨੇ, ਅਤੇ ਉਹਦੇ ਵਿੱਚ ਹੀ ਤੁਸੀਂ ਫਿਨਿਸ਼ ਕਰਨੀ ਹੈ ਗੱਲਬਾਤ ਆਪਣੀ ਕਿ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਇਹ ਸਹਿਜ ਪਾਠ ਬਾਰੇ। ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਏਕਤਾ ਸਹਿਜ ਪਾਠ, ਹਾਂਜੀ, ਏਕਤਾ ਦਾ ਮਤਲਬ ਹੈ ਭਈ ਸਾਰੇ ਸੰਗਤ ਜਿਹੜੀ ਸਾਰੀ ਜਿੰਨੀਆਂ ਕਮੇਟੀਆਂ ਹਨ ਉਹ ਸਾਰੀ ਏਕਤਾ ਦਾ ਸਬੂਤ ਦਿਓ, ਅਤੇ ਤਾਂ ਜੋ ਅਸੀਂ ਦੁਨੀਆ ਦੇ ਵਿੱਚ ਵੱਧ ਫੁੱਲ ਸਕੀਏ। ਜੋ ਸਾਡੇ ਤੇ ਇਸ ਵੇਲੇ ਸਾਡੀ ਸਿੱਖੀ ਵਿੱਚ ਜੋ ਜ਼ਵਾਲ ਆ ਰਿਹਾ ਹੈ ਉਹਨੂੰ ਠੱਲ ਪਾਈ ਜਾ ਸਕੇ, ਉਹਨੂੰ ਨੱਥ ਪਾਈ ਜਾ ਸਕੇ।
ਜਦੋਂ ਅਸੀਂ ਇਕੱਠੇ ਹੋ ਜਾਵਾਂਗੇ ਸਾਰੇ ਮਸਲੇ ਹੱਲ ਹੋ ਜਾਣਗੇ। ਤੇ ਵੇਖੋ ਜੇ ਇਹ ਮਸਲੇ ਜਿਹੜੇ ਨੇ ਨਾ, ਕੌਮਾਂ ਜਿਹੜੀਆਂ ਦੁਨੀਆ 'ਚ ਬਹੁਤ ਨੇ, ਪਰ ਜੇ ਤੁਸੀਂ ਸੋਚੋਗੇ ਨਾ ਵੀ ਦੁਨੀਆ ਸਾਡੀ ਮਦਦ ਕਰਕੇ ਇੱਕ ਕੌਮ ਨੂੰ ਖੜਿਆਂ ਕਰ ਦੇਗੀ, ਇਸ ਤਰ੍ਹਾਂ ਨਹੀਂ ਹੋਣਾ। ਹਰ ਕੌਮ ਨੂੰ ਖੜਿਆਂ ਹੋਣ ਵਾਸਤੇ ਆਪ ਉਪਰਾਲਾ ਕਰਨਾ ਪੈਣਾ ਹੈ। ਸਿੱਖ ਪੰਥ ਇਸ ਵੇਲੇ ਬਹੁਤ ਦੁਖਦਾਈ ਸਮੇਂ 'ਚੋਂ ਗੁਜ਼ਰ ਰਿਹਾ ਹੈ। ਇਸ ਕਰਕੇ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਜਾਓ, ਇਸ ਦੁੱਖ ਨੂੰ ਸਾਰੇ ਰਲ ਕੇ ਚੱਲੋ ਤਾਂ ਦੁੱਖ ਘਟ ਜਾਏਗਾ, ਤੇ ਨਹੀਂ ਤੇ ਇਕੱਲੇ ਸਹਿਣ ਦੀ ਕੋਸ਼ਿਸ਼ ਕਰਾਂਗੇ ਦੁੱਖ ਵੱਧਦਾ ਜਾਏਗਾ। ਇਸ ਕਰਕੇ ਸਾਰੇ ਏਕਤਾ ਦਿਖਾ ਲਈਏ, ਔਰ ਜਿਵੇਂ ਕਿ ਅਸੀਂ ਸਹਿਜ ਪਾਠ ਰੱਖ ਰਹੇ ਹਾਂ ਜਿਹਦਾ ਨਾਂ ਹੀ ਏਕਤਾ ਸਹਿਜ ਪਾਠ ਹੈ, ਸਾਰੇ ਸੰਗਤ ਰਲ ਮਿਲ ਕੇ ਇਸ ਏਕਤਾ ਦਾ ਸਬੂਤ ਦਈਏ ਔਰ ਸਿੱਖ ਚੈਨਲ ਦੇ ਨਾਲ ਜੁੜੀਏ, ਇਹ ਸਾਡੀ ਬੇਨਤੀ ਹੈ। ਬਿਲਕੁਲ ਜੀ, ਇਹ ਸਨ ਜੀ ਹਮਦਰਦ ਜਗੀਰ ਸਿੰਘ ਜੀ ਹਮਦਰਦ, ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਪ੍ਰੋਗਰਾਮ ਦੇ ਵਿੱਚ ਆਏ ਤੇ ਸੰਗਤਾਂ ਦੇ ਰੂਬਰੂ ਹੋਏ। ਤੇ ਸਿੱਖ ਚੈਨਲ ਨਾਲੇ ਇੱਕ ਹੋਰ ਸੰਗਤਾਂ ਦੇ ਅੱਗੇ ਇੱਕ ਖੁਸ਼ਖਬਰੀ ਵਾਲੀ ਹੈ ਗੱਲ ਕਿ 10ਵੀਂ ਵਰ੍ਹੇਗੰਢ ਵੀ ਸਿੱਖ ਚੈਨਲ ਦੀ ਆ ਰਹੀ ਹੈ ਤੇ ਉਹ ਵੀ ਮਨਾਉਣੀ ਹੈ ਸਿੱਖ ਚੈਨਲ ਦੇ ਸਟੂਡੀਓ ਦੇ ਵਿੱਚ। ਉਹ ਪ੍ਰੋਗਰਾਮ ਤੁਹਾਨੂੰ ਦੱਸਿਆ ਜਾਏਗਾ ਬਾਅਦ ਵਿੱਚ। ਤੇ ਜੋ ਏਕਤਾ ਸਹਿਜ ਪਾਠ ਜੋ ਹੈ ਦਿਨ ਸ਼ਨੀਵਾਰ 29 ਸਤੰਬਰ ਨੂੰ, ਜੋ ਕਿ ਸਟੂਡੀਓ ਦੇ ਵਿੱਚ ਹੀ ਰੱਖਿਆ ਜਾਣਾ, ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੁੰਮ ਹਮਾ ਕੇ ਪਰਿਵਾਰਾਂ ਸਮੇਤ ਇੱਥੇ ਪੁੱਜਣ ਤੇ ਇਹ ਕੀ ਕਹਿੰਦੇ ਨੇ ਏਕਤਾ ਸਹਿਜ ਪਾਠ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਜੋ ਲਾਈਵ ਹੈਗਾ ਆ 25 ਮਿੰਟ ਮੰਡੇ ਟੂ ਫਰਾਈਡੇ ਦਿਖਾਇਆ ਜਾਇਆ ਕਰੇਗਾ ਤੇ ਇੱਥੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਹੈ। ਤੇ ਨਾਲ ਹੀ ਖੁਸ਼ਵਿੰਦਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਸੰਗਤਾਂ ਨੂੰ ਸੱਦਾ ਜਿਹੜਾ ਹੈਗਾ ਪਰਿਵਾਰ ਸਮੇਤ ਦਿੱਤਾ ਜਾਵੇ। ਹਾਂਜੀ ਬਿਲਕੁਲ ਜੀ, ਸਹਿਜ ਪਾਠ ਦਾ ਮਤਲਬ ਇਹ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਪਾਠ ਦਾ ਹਿੱਸਾ ਬਣੀਏ ਤੇ ਆਪਣੀ ਏਕਤਾ ਨੂੰ ਦਿਖਾਈਏ ਔਰ ਇੱਕ ਮਿਸਾਲ ਕਾਇਮ ਕਰੀਏ ਕਿ ਜਦੋਂ ਆਪਾਂ ਇਕੱਠੇ ਹੋ ਜਾਣਾ ਹੈ ਤੇ ਸਾਨੂੰ ਫਿਰ ਨਾ ਤੇ ਕੋਈ ਤੋੜ ਸਕਦਾ ਤੇ ਨਾ ਹੀ ਸਾਨੂੰ ਕੋਈ ਖਰਾਬ ਕਰ ਸਕਦਾ। ਇਹੀ ਮੈਂ ਤੁਹਾਨੂੰ ਸੰਦੇਸ਼ ਦਿਆਂਗੀ। ਬਿਲਕੁਲ ਜੀ। ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ? ਗੱਲਾਂ ਬਾਤਾਂ ਹੋਰ ਵੀ ਸੀ ਕਰਨ ਵਾਲੀਆਂ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ। ਪ੍ਰੋਗਰਾਮ ਕਰਦਿਆਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਪਰਮਾਤਮਾ ਕੋਲੋਂ ਅਰਦਾਸ ਕਰਨੀ ਕਿ ਸਮੱਤ ਬਖਸ਼ਣ ਤੇ ਗਾਂ ਵਾਸਤੇ ਤੁਹਾਡੇ ਲਈ ਚੰਗੀਆਂ ਗੱਲਾਂ ਲੈ ਕੇ ਚੰਗਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਸਕੀਏ। ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।